ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਅਨੂ ਹੈ। ਅੱਜ ਮੈਂ ਤੁਹਾਨੂੰ ਇੱਕ ਅਜਿਹੀ ਕਹਾਣੀ ਸੁਣਾਉਣਾ ਚਾਹੁੰਦੀ ਹਾਂ ਜਿਸ ਨੂੰ ਸੁਣ ਕੇ ਤੁਸੀਂ ਦੰਗ ਰਹਿ ਜਾਓਗੇ। ਮੈਂ ਪਿੰਡ ਦੀ ਰਹਿਣ ਵਾਲੀ ਇੱਕ ਆਮ ਜਿਹੀ ਲੜਕੀ ਸੀ ਤੇ ਪਿੰਡ ਵਿੱਚ ਹੀ ਮੇਰਾ ਜਨਮ ਹੋਇਆ ਸੀ। ਮੇਰਾ ਸਾਰਾ ਪਰਿਵਾਰ ਪਿੰਡ ਵਿੱਚ ਹੀ ਰਹਿੰਦਾ ਸੀ। ਸਾਡੀ ਇੱਕੋ ਇੱਕ ਹੀ ਵੱਡੀ ਖੁਆਇਸ਼ ਸੀ ਕਿ ਅਸੀਂ ਵੀ ਕਦੇ ਸ਼ਹਿਰ ਜਾਈਏ, ਲੇਕਿਨ ਸ਼ਹਿਰ ਵਿੱਚ ਤਾਂ ਵੱਡੇ ਲੋਕ ਹੀ ਰਹਿੰਦੇ ਹਨ ਜਿਨ੍ਹਾਂ ਦੇ ਕੋਲ ਰੁਪਈਆ ਪੈਸਾ ਹੋਵੇ। ਅਸੀਂ ਲੋਕ ਤਾਂ ਬੜੇ ਹੀ ਗਰੀਬ ਸੀ। ਇੱਕ ਦਿਨ ਮੇਰੇ ਲਈ ਇੱਕ ਚੰਗੇ ਲੜਕੇ ਦਾ ਰਿਸ਼ਤਾ ਆਇਆ ਜੋ ਲੜਕਾ ਸ਼ਹਿਰ ਵਿੱਚ ਨੌਕਰੀ ਕਰਦਾ ਸੀ। ਇਸ ਰਿਸ਼ਤੇ ਦੇ ਬਾਰੇ ਵਿੱਚ ਸੁਣ ਕੇ ਮੈਂ ਖੁਸ਼ ਹੋ ਗਈ ਕਿਉਂਕਿ ਸ਼ਹਿਰ ਦੇ ਲੋਕਾਂ ਨੂੰ ਮੈਂ ਬਹੁਤ ਪਸੰਦ ਕਰਦੀ ਸੀ। ਜਿਸ ਲੜਕੇ ਦਾ ਰਿਸ਼ਤਾ ਮੇਰੇ ਘਰ ਆਇਆ ਸੀ ਉਹ ਲੜਕਾ ਸ਼ਹਿਰ ਵਿੱਚ ਕੰਮ ਕਰਿਆ ਕਰਦਾ ਸੀ। ਉਸ ਦੀ ਨੌਕਰੀ ਸ਼ਹਿਰ ਵਿੱਚ ਹੀ ਲੱਗੀ ਹੋਈ ਸੀ। ਉਹ ਕਦੇ-ਕਦੇ ਪਿੰਡ ਆ ਜਾਇਆ ਕਰਦਾ ਸੀ। ਪਤਾ ਚੱਲਿਆ ਕਿ ਉਸ ਦੇ ਘਰ ਵਿੱਚ ਉਸ ਦੇ ਵੱਡੇ ਭਰਾ ਤੋਂ ਇਲਾਵਾ ਕੋਈ ਨਹੀਂ ਰਹਿੰਦਾ। ਵੱਡੇ ਭਰਾ ਦੀ ਪਤਨੀ ਦੀ ਮੌਤ ਹਾਲੇ 3 ਮਹੀਨੇ ਪਹਿਲਾਂ ਹੀ ਹੋਈ ਸੀ ਤੇ ਉਸ ਦੇ ਘਰ ਵਿੱਚ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਸੀ। ਇਸ ਲਈ ਲੜਕੇ ਵਾਲੇ ਚਾਹੁੰਦੇ ਸੀ ਕਿ ਸਾਡੇ ਘਰ ਬਹੂ ਆ ਜਾਵੇ ਤਾਂ ਘਰ ਦੀ ਦੇਖਭਾਲ ਹੋ ਜਾਵੇਗੀ। ਇਹ ਰਿਸ਼ਤਾ ਬਹੁਤ ਜਲਦਬਾਜ਼ੀ ਵਿੱਚ ਕੀਤਾ ਗਿਆ ਤੇ ਮੇਰਾ ਵਿਆਹ ਤੈਅ ਹੋਣ ਦੇ 2 ਮਹੀਨੇ ਹੀ ਹੋ ਗਏ ਸੀ। ਮੇਰੇ ਪਿਤਾ ਨੂੰ ਅਜਿਹਾ ਰਿਸ਼ਤਾ ਇਸ ਲਈ ਵੀ ਪਸੰਦ ਆਇਆ ਕਿ ਮੇਰੇ ਸਹੁਰੇ ਘਰ ਵਿੱਚ ਜੇਠ ਦੇ ਇਲਾਵਾ ਕੋਈ ਨਹੀਂ ਸੀ ਅਤੇ ਸਭ ਤੋਂ ਜ਼ਿਆਦਾ ਮੈਨੂੰ ਇਹ ਰਿਸ਼ਤਾ ਪਸੰਦ ਆਇਆ ਸੀ ਕਿਉਂਕਿ ਲੜਕਾ ਸ਼ਹਿਰ 'ਚ ਨੌਕਰੀ ਕਰਿਆ ਕਰਦਾ ਸੀ। ਮੈਂ ਪੜ੍ਹੀ ਲਿਖੀ ਤਾਂ ਨਹੀਂ ਸੀ, ਲੇਕਿਨ ਮੈਨੂੰ ਪੜ੍ਹਨ ਲਿਖਣ ਦਾ ਬਹੁਤ ਸ਼ੌਂਕ ਸੀ। ਮੈਂ ਚਾਹੁੰਦੀ ਸੀ ਕਿ ਮੇਰਾ ਵਿਆਹ ਹੋ ਜਾਵੇਗਾ ਤਾਂ ਸ਼ਾਇਦ ਮੈਨੂੰ ਮੇਰੇ ਪਤੀ ਤੋਂ ਕੁਝ ਸਿੱਖਣ ਨੂੰ ਮਿਲ ਜਾਵੇਗਾ। ਹੁਣ ਜਦੋਂ ਮੇਰਾ ਵਿਆਹ ਹੋ ਗਿਆ ਤਾਂ ਮੈਂ ਆਪਣੇ ਪਤੀ ਨੂੰ ਦੇਖਿਆ ਤਾਂ ਮੈਂ ਬਹੁਤ ਜ਼ਿਆਦਾ ਖੁਸ਼ ਹੋ ਗਈ। ਅਜਿਹਾ ਲੱਗ ਰਿਹਾ ਸੀ ਜਿਵੇਂ ਮੇਰੇ ਭਾਗ ਖੁੱਲ੍ਹ ਗਏ ਹੋਣ। ਮੇਰੇ ਪਤੀ ਬਹੁਤ ਚੰਗੇ ਦਿਖਦੇ ਸੀ, ਬਹੁਤ ਹੀ ਜ਼ਿਆਦਾ ਖੂਬਸੂਰਤ ਸੀ। ਵੈਸੇ ਵੀ ਮੈਂ ਕੋਈ ਬੁਰੀ ਨਹੀਂ ਸੀ, ਮੈਨੂੰ ਵੀ ਲੋਕ ਪਸੰਦ ਕਰਿਆ ਕਰਦੇ ਸੀ। ਲੋਕਾਂ ਦਾ ਕਹਿਣਾ ਸੀ ਕਿ ਤੂੰ ਬਿਲਕੁਲ ਸ਼ਹਿਰ ਦੀ ਲੜਕੀਆਂ ਦੀ ਤਰ੍ਹਾਂ ਲੱਗਦੀ ਆ। ਮੈਂ ਆਪਣਾ ਹੁਲੀਆ ਵੀ ਕਦੇ-ਕਦੇ ਅਜਿਹਾ ਬਣਾ ਲਿਆ ਕਰਦੀ ਸੀ। ਸ਼ਹਿਰ ਦੀਆਂ ਲੜਕੀਆਂ ਜਿਵੇਂ ਫਿਟਿੰਗ ਵਾਲੇ ਕੱਪੜੇ ਪਹਿਨਿਆ ਕਰਦੀਆਂ, ਜਿਸ ਗੱਲ 'ਤੇ ਮੇਰੀ ਮਾਂ ਮੈਨੂੰ ਬੜਾ ਡਾਂਟ ਲਗਾਉਂਦੀ। ਮੈਨੂੰ ਆਪਣੇ ਪਤੀ ਅਤੇ ਆਪਣੇ ਸਹੁਰੇ ਬਹੁਤ ਪਸੰਦ ਆਏ। ਮੇਰੇ ਪਤੀ ਨੇ ਵਿਆਹ ਦੀ ਪਹਿਲੀ ਰਾਤ ਹੀ ਮੈਨੂੰ ਕਹਿ ਦਿੱਤਾ ਸੀ ਕਿ ਤੂੰ ਇਸ ਘਰ ਵਿੱਚ ਸਭ ਤੋਂ ਜ਼ਿਆਦਾ ਖਿਆਲ ਮੇਰੇ ਭਰਾ ਦਾ ਰੱਖਣਾ। ਮੈਂ ਤਾਂ ਸ਼ਹਿਰ ਵਿੱਚ ਰਹਿੰਦਾ ਹਾਂ, ਇਸ ਲਈ ਇੱਥੇ ਰਹਿ ਕੇ ਤੂੰ ਉਸ ਦੇ ਸਾਰੇ ਕੰਮ ਕਰਨੇ ਆ। ਉਸ ਨੂੰ ਇਸ ਘਰ ਵਿੱਚ ਰਹਿੰਦੇ ਹੋਏ ਕਿਸੇ ਵੀ ਚੀਜ਼ ਦੀ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ। ਜਦੋਂ ਭਾਬੀ ਜਿੰਦਾ ਸੀ ਤਾਂ ਉਹ ਘਰ ਦੇ ਸਾਰੇ ਕੰਮ ਕਰ ਲਿਆ ਕਰਦੀ ਸੀ। ਜਦੋਂ ਤੋਂ ਭਾਬੀ ਦੀ ਮੌਤ ਹੋ ਗਈ ਤਾਂ ਭਰਾ ਬਿਮਾਰ ਰਹਿਣ ਲੱਗਿਆ ਤੇ ਉਸ ਤੋਂ ਕੋਈ ਕੰਮ ਵੀ ਨਹੀਂ ਕਰਿਆ ਜਾਂਦਾ। ਇਸ ਲਈ ਅਸੀਂ ਲੋਕਾਂ ਨੇ ਸੋਚਿਆ ਕਿ ਮੇਰਾ ਵਿਆਹ ਕਰ ਲਿਆ ਜਾਵੇ, ਜਿਸ ਨਾਲ ਮੇਰੀ ਪਤਨੀ ਉਸ ਦਾ ਵੀ ਖਿਆਲ ਰੱਖੇਗੀ ਤੇ ਇਸ ਘਰ ਨੂੰ ਵੀ ਬਣਾਈ ਰੱਖੇਗੀ। ਮੈਂ ਆਪਣੇ ਪਤੀ ਦੀ ਹਰ ਗੱਲ ਨੂੰ ਸਵੀਕਾਰ ਕਰ ਲਿਆ। ਆਖਰ ਇਹ ਮੇਰਾ ਸਹੁਰਾ ਘਰ ਸੀ ਤਾਂ ਮੈਨੂੰ ਘਰ ਦੇ ਸਾਰੇ ਕੰਮ ਕਰਨੇ ਹੀ ਪੈਣੇ ਸੀ। ਮੇਰੇ ਵਿਆਹ ਨੂੰ 2 ਮਹੀਨੇ ਹੋ ਗਏ ਸੀ ਤੇ ਮੇਰੇ ਪਤੀ ਹਰ ਮਹੀਨੇ ਤੋਂ 2-3 ਦਿਨਾਂ ਦੇ ਲਈ ਘਰ ਦਾ ਚੱਕਰ ਲਗਾ ਲਿਆ ਕਰਦੇ ਸੀ। ਮੇਰਾ ਵਿਆਹ ਦੇ 2 ਹਫ਼ਤੇ ਬਾਅਦ ਹੀ ਮੇਰੇ ਪਤੀ ਸ਼ਹਿਰ ਚਲੇ ਗਏ। ਮੈਂ ਘਰ ਦੇ ਸਾਰੇ ਕੰਮ ਕਰਿਆ ਕਰਦੀ ਸੀ ਅਤੇ ਆਪਣੇ ਜੇਠ ਦੇ ਵੀ ਸਾਰੇ ਕੰਮ ਕਰਿਆ ਕਰਦੀ ਸੀ। ਮੇਰੇ ਪਤੀ ਰੋਜ਼ ਮੈਨੂੰ ਫੋਨ 'ਤੇ ਗੱਲਾਂ ਕਰਿਆ ਕਰਦੇ। ਇੱਕ ਦਿਨ ਜਦੋਂ ਮੇਰੇ ਪਤੀ ਪਿੰਡ ਆਏ ਤਾਂ ਕਹਿਣ ਲੱਗੇ, ਤੂੰ ਘਰ ਵਿੱਚ ਬਹੁਤ ਕੰਮ ਕਰਦੀ ਆ, ਥੱਕ ਜਾਂਦੀ ਹੋਵੇਂਗੀ। ਮੈਂ ਸੋਚਿਆ ਕਿ ਕਿਉਂ ਨਾ ਪਿੰਡ ਦੇ ਹੀ ਕਿਸੇ ਗਰੀਬ ਲੜਕੀ ਨੂੰ ਘਰ ਦੇ ਵਿੱਚ ਕੰਮ ਕਰਨ ਦੇ ਲਈ ਰੱਖ ਦੇਵਾਂ। ਤੇਰੀ ਵੀ ਮਦਦ ਹੋ ਜਾਵੇਗੀ ਤੇ ਤੈਨੂੰ ਉਸ ਦਾ ਸਾਥ ਵੀ ਮਿਲ ਜਾਵੇਗਾ। ਮੈਂ ਆਪਣੇ ਪਤੀ ਦੀ ਇਸ ਗੱਲ 'ਤੇ ਬਹੁਤ ਖੁਸ਼ ਹੋ ਗਈ। ਉਸ ਨੂੰ ਮੇਰੀ ਫਿਕਰ ਸੀ, ਇਸ ਲਈ ਮੈਂ ਉਹਨਾਂ ਦੀ ਇਹ ਗੱਲ 'ਤੇ ਰਾਜ਼ੀ ਹੋ ਗਈ। ਮੇਰੇ ਪਤੀ ਨੇ ਘਰ ਵਿੱਚ ਕੰਮ ਵਾਲੀ ਰੱਖ ਦਿੱਤੀ। ਉਹ ਜਵਾਨ ਲੜਕੀ ਸੀ, ਉਸ ਦਾ ਨਾਮ ਅੰਜੂ ਸੀ। ਘਰ ਵਿੱਚ ਅਸੀਂ 3 ਲੋਕ ਹੀ ਰਹਿਣ ਲੱਗੇ। ਮੇਰੇ ਘਰ ਵਿੱਚ ਮੇਰੇ ਇਲਾਵਾ ਇੱਕ ਮੇਰੇ ਜੇਠ ਤੇ ਦੂਜੀ ਕੰਮ ਵਾਲੀ ਲੜਕੀ ਸੀ ਜੋ ਕਿ ਮੇਰੀ ਉਮਰ ਦੀ ਹੀ ਸੀ। ਕੁਝ ਦੇਰ ਘਰ ਵਿੱਚ ਰੁਕਣ ਦੇ ਬਾਅਦ ਮੇਰੇ ਪਤੀ ਵੀ ਫਿਰ ਸ਼ਹਿਰ ਤੋਂ ਵਾਪਸ ਚਲੇ ਗਏ। ਪਹਿਲਾਂ ਤਾਂ ਮੇਰੇ ਘਰ ਵਿੱਚ ਕਾਫੀ ਇਕੱਲਾਪਣ ਮਹਿਸੂਸ ਹੁੰਦਾ ਸੀ, ਲੇਕਿਨ ਜਦੋਂ ਤੋਂ ਅੰਜੂ ਘਰ ਆਈ ਸੀ ਤਾਂ ਮੈਨੂੰ ਕਾਫੀ ਚੰਗਾ ਮਹਿਸੂਸ ਹੋਣ ਲੱਗਿਆ। ਹੁਣ ਮੇਰੇ ਪਤੀ ਨੂੰ ਗਏ ਹੋਏ 15 ਦਿਨ ਗੁਜ਼ਰ ਚੁੱਕੇ ਸੀ, ਲੇਕਿਨ ਪਿਛਲੇ 10 ਦਿਨਾਂ ਤੋਂ ਮੈਂ ਇਹ ਗੱਲ ਨੋਟਿਸ ਕਰ ਰਹੀ ਸੀ ਕਿ ਜਦੋਂ ਮੈਂ ਰਾਤ ਨੂੰ ਸੌਂ ਜਾਂਦੀ ਤਾਂ ਮੇਰੇ ਪੈਰਾਂ ਉੱਤੇ ਕਾਲੀ ਸਿਆਹੀ ਦੇ ਨਿਸ਼ਾਨ ਬਣ ਜਾਂਦੇ ਤੇ ਨਿਸ਼ਾਨ ਬੜੇ ਅਜੀਬ ਜਿਹੇ ਹੁੰਦੇ। ਲਗਾਤਾਰ 10 ਦਿਨਾਂ ਤੋਂ ਇਹ ਨਿਸ਼ਾਨ ਦੇਖ ਰਹੀ ਸੀ। ਕੌਣ ਸੀ ਜੋ ਰਾਤ ਨੂੰ ਮੇਰੇ ਪੈਰਾਂ 'ਤੇ ਇਹ ਨਿਸ਼ਾਨ ਲਗਾਇਆ ਕਰਦਾ ਸੀ ਤੇ ਜਦੋਂ ਮੈਂ ਨਹਾਉਂਦੀ ਸੀ ਤਾਂ ਇਹ ਨਿਸ਼ਾਨ ਮੇਰੇ ਪੈਰਾਂ ਤੋਂ ਹੇਠਾਂ ਖਤਮ ਹੋ ਜਾਂਦੇ ਸੀ। ਪਹਿਲੀ ਵਾਰ ਜਦੋਂ ਮੈਂ ਇਹ ਨਿਸ਼ਾਨ ਦੇਖੇ ਤਾਂ ਮੈਂ ਸੋਚਿਆ ਸ਼ਾਇਦ ਕਿਤੋਂ ਲੱਗ ਗਏ ਹੋਣਗੇ, ਲੇਕਿਨ ਉਹ ਹਰ ਰੋਜ਼ ਇਹ ਨਿਸ਼ਾਨ ਮੇਰੇ ਪੈਰਾਂ ਉੱਤੇ ਆਉਣ ਲੱਗੇ। ਹੁਣ ਤਾਂ ਮੈਨੂੰ ਕੁਝ ਸ਼ੱਕ ਜਿਹਾ ਹੋਣ ਲੱਗਿਆ, ਲੇਕਿਨ ਮੈਂ ਸ਼ੱਕ ਕਰਦੀ ਵੀ ਤਾਂ ਕਿਸ ਉੱਤੇ ਕਰਦੀ। ਘਰ ਵਿੱਚ ਮੇਰੇ ਇਲਾਵਾ ਬਸ 2 ਹੀ ਲੋਕ ਸੀ, ਲੇਕਿਨ ਮੈਂ ਜ਼ਿਆਦਾ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਅਤੇ ਨਜ਼ਰ ਅੰਦਾਜ਼ ਕਰਨ ਦੀ ਕੋਸ਼ਿਸ਼ ਕੀਤੀ
ਕਿ ਮੇਰੇ ਪੈਰਾਂ 'ਤੇ ਕਾਲੇ ਨਿਸ਼ਾਨ ਹੋਣਾ ਕੋਈ ਇੰਨੀ ਵੱਡੀ ਗੱਲ ਵੀ ਨਹੀਂ ਹੋ ਸਕਦੀ। ਮੈਂ ਨੰਗੇ ਪੈਰੀਂ ਘੁੰਮਦੀ ਰਹਿੰਦੀ ਹਾਂ, ਸ਼ਾਇਦ ਜ਼ਮੀਨ 'ਤੇ ਹੀ ਮੇਰੇ ਪੈਰਾਂ ਤੋਂ ਨਿਸ਼ਾਨ ਲੱਗ ਜਾਂਦੇ ਹੋਣਗੇ। ਇੱਕ ਦਿਨ ਫੋਨ 'ਤੇ ਮੇਰੇ ਪਤੀ ਕਹਿਣ ਲੱਗੇ ਕਿ ਮੈਂ ਤੈਨੂੰ ਜਲਦ ਹੀ ਆਪਣੇ ਕੋਲ ਬੁਲਾਉਣ ਦੇ ਲਈ ਸੋਚ ਰਿਹਾ। ਮੈਂ ਆਪਣੇ ਪਤੀ ਦੀ ਇਹ ਗੱਲ ਸੁਣ ਕੇ ਉਦਾਸ ਹੋ ਗਈ ਸੀ। ਹਾਲਾਂਕਿ ਮੈਨੂੰ ਇਸ ਗੱਲ 'ਤੇ ਬਹੁਤ ਖੁਸ਼ ਹੋਣਾ ਚਾਹੀਦਾ ਸੀ। ਮੇਰੇ ਪਤੀ ਨੇ ਮੇਰੇ ਲਈ ਇੰਨਾ ਕੁਝ ਕੀਤਾ ਸੀ। ਘਰ ਵਿੱਚ ਨੌਕਰਾਣੀ ਵੀ ਰੱਖ ਦਿੱਤੀ ਸੀ ਜੋ ਦਿਨ ਰਾਤ ਮੇਰੀ ਸੇਵਾ ਅਤੇ ਘਰ ਵਿੱਚ ਰਹਿੰਦੀ ਸੀ। ਮੇਰੇ ਪਤੀ ਦੇ ਭਰਾ ਜੋ ਘਰ ਵਿੱਚ ਸੀ, ਉਸ ਦਾ ਖਿਆਲ ਕੌਣ ਰੱਖਦਾ? ਦੁਨੀਆ ਵਾਲੇ ਦੇਖਣਗੇ ਤੇ ਇਹੀ ਕਹਿਣਗੇ ਕਿ ਜੇਠ ਨੂੰ ਛੱਡ ਕੇ ਭਾਈ ਵੀ ਸ਼ਹਿਰ ਰਹਿੰਦਾ ਹੈ ਤੇ ਹੁਣ ਆਪਣੀ ਪਤਨੀ ਨੂੰ ਵੀ ਲੈ ਗਿਆ। ਇਹ ਸਭ ਗੱਲਾਂ ਮੈਂ ਆਪਣੇ ਪਤੀ ਨੂੰ ਦੱਸੀਆਂ ਤਾਂ ਉਹ ਕਹਿਣ ਲੱਗੇ, ਤੂੰ ਠੀਕ ਕਹਿ ਰਹੀ ਆਂ, ਤੂੰ ਬਹੁਤ ਸਮਝਦਾਰ ਆਂ, ਤੇਰੇ ਵਰਗੀ ਪਤਨੀ ਪਾ ਕੇ ਮੈਨੂੰ ਬਹੁਤ ਜ਼ਿਆਦਾ ਖੁਸ਼ ਆਂ। ਆਪਣੇ ਪਤੀ ਦੀ ਇਹ ਗੱਲ ਸੁਣ ਕੇ ਮੈਂ ਖੁਸ਼ ਹੋ ਗਈ, ਲੇਕਿਨ ਮੈਂ ਸ਼ਹਿਰ ਜਾਣਾ ਚਾਹੁੰਦੀ ਸੀ। ਆਪਣੇ ਦਿਲ ਵਿੱਚ ਮੈਂ ਇਹ ਖੁਆਇਸ਼ ਨੂੰ ਦਬਾ ਦਿੱਤਾ ਸੀ। ਅੰਜੂ ਸਾਡੇ ਘਰ ਦੇ ਸਾਰੇ ਕੰਮ ਕਰ ਜਾਇਆ ਕਰਦੀ ਸੀ ਤੇ ਰਾਤ ਨੂੰ ਵੀ ਉਹ ਮੇਰੇ ਨਾਲ ਹੀ ਮੇਰੇ ਕਮਰੇ ਵਿੱਚ ਸੌਂ ਜਾਂਦੀ ਸੀ। ਪਹਿਲਾਂ ਤਾਂ ਮੇਰੇ ਜੇਠ ਜ਼ਿਆਦਾਤਰ ਟਾਈਮ ਆਪਣੇ ਕਮਰੇ ਵਿੱਚ ਹੀ ਗੁਜ਼ਾਰਦੇ ਸੀ ਜਾਂ ਫਿਰ ਹਾਲ ਵਿੱਚ ਟੀਵੀ ਦੇਖ ਕੇ, ਲੇਕਿਨ ਹਾਲ ਵਿੱਚ ਵੀ ਉਹ ਉਦੋਂ ਹੀ ਜਾਂਦੇ ਸੀ ਜਦੋਂ ਉਹਨਾਂ ਦੇ ਨਾਸ਼ਤਾ ਜਾਂ ਖਾਣ ਪੀਣ ਦੀ ਕੋਈ ਜ਼ਰੂਰਤ ਹੁੰਦੀ ਸੀ। ਮੇਰੇ ਜੇਠ ਇੱਕ ਬਹੁਤ ਹੀ ਅਲੱਗ ਟਾਈਪ ਦੇ ਇਨਸਾਨ ਸੀ। ਖਾਣਾ ਖਾਣ ਤੋਂ ਪਹਿਲਾਂ ਹੱਥ ਧੋਂਦੇ ਤੇ 15 ਮਿੰਟ ਤੱਕ ਆਪਣੇ ਹੱਥ ਧੋਂਦੇ ਹੀ ਰਹਿੰਦੇ, ਫਿਰ ਬਾਰ-ਬਾਰ ਆਪਣੇ ਹੱਥਾਂ ਨੂੰ ਸੌਂਗਦੇ ਰਹਿੰਦੇ ਤੇ ਕਹਿੰਦੇ ਰਹਿੰਦੇ ਕਿ ਪਤਾ ਨਹੀਂ ਕਿਹੜਾ ਹੱਥ ਚੰਗੀ ਤਰ੍ਹਾਂ ਧੋਤਾ ਗਿਆ ਤੇ ਕਿਹੜਾ ਨਹੀਂ। ਉਹ ਅਜੀਬ ਗੱਲਾਂ ਕਰਦੇ। ਉਹ ਮੇਰੇ ਨਾਲ ਜ਼ਿਆਦਾ ਗੱਲ ਨਹੀਂ ਕਰਦੇ ਸੀ, ਬਸ ਕੋਈ ਕੰਮ ਹੁੰਦਾ ਤਾਂ ਬੁਲਾ ਲਿਆ ਕਰਦੇ, ਵਰਨਾ ਆਵਾਜ਼ ਤੱਕ ਨਹੀਂ ਦਿੰਦੇ ਸੀ। ਮੈਂ ਪੂਰਾ ਦਿਨ ਉਸ ਨੌਕਰਾਣੀ ਅੰਜੂ ਦੇ ਘਰ ਦੇ ਸਾਰੇ ਕੰਮ ਕਰਵਾਇਆ ਕਰਦੀ ਅਤੇ ਨਾਲ-ਨਾਲ ਗੱਲਾਂ ਵੀ ਕਰਦੀ ਰਹਿੰਦੀ। ਸ਼ੁਰੂ ਦੇ ਮਹੀਨੇ ਤਾਂ ਅਜਿਹੇ ਹੀ ਗੁਜ਼ਰ ਗਏ। ਮੇਰੇ ਪਤੀ ਰੋਹਣ ਦਾ ਵੀ ਹਰ ਤੀਜੇ ਦਿਨ ਫੋਨ ਆਇਆ ਰਹਿੰਦਾ ਸੀ। ਮੈਂ ਬਾਰ-ਬਾਰ ਉਹਨਾਂ ਦੇ ਬਾਰੇ ਪੁੱਛਦੀ ਰਹਿੰਦੀ ਤੇ ਕਹਿੰਦੀ ਕਿ ਤੁਸੀਂ ਘਰ ਕਦੋਂ ਆਵੋਗੇ, ਤੁਹਾਡੇ ਬਿਨਾਂ ਮੇਰਾ ਘਰ ਵਿੱਚ ਦਿਲ ਨਹੀਂ ਲੱਗਦਾ। ਉਹ ਮੈਨੂੰ ਤਸੱਲੀ ਦਿੰਦੇ ਕਿ ਮੈਂ ਜਲਦੀ ਘਰ ਆ ਜਾਵਾਂਗਾ। ਜਦੋਂ ਕਦੀ ਮੈਂ ਨੌਕਰਾਣੀ ਨੂੰ ਆਪਣੇ ਜੇਠ ਦੇ ਕਮਰੇ ਦੀ ਸਫਾਈ ਕਰਨ ਲਈ ਕਹਿੰਦੀ ਤਾਂ ਉਹ ਮਨਾ ਕਰ ਦਿਆ ਕਰਦੀ ਅਤੇ ਕਹਿੰਦੀ ਕਿ ਭਾਬੀ ਤੁਸੀਂ ਮੇਰੇ ਨਾਲ ਸਾਹਿਬ ਦੇ ਕਮਰੇ ਵਿੱਚ ਚੱਲੋ, ਮੈਨੂੰ ਸਾਹਿਬ ਤੋਂ ਬਹੁਤ ਡਰ ਲੱਗਦਾ। ਉਹ ਬਾਰ-ਬਾਰ ਮੈਨੂੰ ਆਪਣੇ ਕਮਰੇ ਵਿੱਚ ਝਾੜੂ ਲਗਵਾਉਂਦੇ ਰਹਿੰਦੇ ਆ ਤੇ ਕਈ ਵਾਰ ਮੇਰੇ ਤੋਂ ਬੈੱਡ ਦੀ ਚਾਦਰ ਬਦਲਵਾਉਂਦੇ ਰਹਿੰਦੇ ਆ। ਕਹਿੰਦੇ ਆ ਕਿ ਤੂੰ ਚੰਗੀ ਤਰ੍ਹਾਂ ਕੋਈ ਕੰਮ ਨਹੀਂ ਕਰਦੀ, ਤੈਨੂੰ ਸਫਾਈ ਕਰਨੀ ਨਹੀਂ ਆਉਂਦੀ। ਮੈਂ ਨੌਕਰਾਣੀ ਦੀ ਗੱਲ ਸੁਣ ਕੇ ਹੱਸਣ ਲੱਗੀ ਤੇ ਕਹਿਣ ਲੱਗੀ ਕਿ ਉਹ ਥੋੜਾ ਅਲੱਗ ਟਾਈਪ ਦੇ ਇਨਸਾਨ ਆ, ਉਹਨਾਂ ਨੂੰ ਵਹਿਮ ਜ਼ਿਆਦਾ ਰਹਿੰਦਾ। ਸ਼ਾਇਦ ਆਪਣੀ ਪਤਨੀ ਦੇ ਮਰਨ ਤੋਂ ਬਾਅਦ ਉਹ ਅਜਿਹਾ ਹੋ ਗਏ ਆ। ਉਹ ਕਹਿਣ ਲੱਗੀ, ਨਹੀਂ ਭਾਬੀ, ਮੈਨੂੰ ਤਾਂ ਉਹ ਆਦਮੀ ਠਰਕੀ ਲੱਗਦਾ ਤੇ ਉਹਦੀਆਂ ਨਜ਼ਰਾਂ ਚੰਗੀਆਂ ਨਹੀਂ। ਕੀ ਪਤਾ ਕੱਲ ਮੈਨੂੰ ਕਹਿਣ ਲੱਗੇ ਇੰਨੀ ਗਰਮੀ ਆ ਮੇਰੇ ਕਮਰੇ ਵਿੱਚ, ਮੈਂ ਨਹਾਉਣ ਜਾ ਰਿਹਾ, ਤੂੰ ਚਾਹੇ ਤਾਂ ਆਪਣਾ ਦੁਪੱਟਾ ਉਤਾਰ ਕੇ ਕਮਰੇ ਦੀ ਸਫਾਈ ਕਰ ਸਕਦੀ ਆ। ਮੈਨੂੰ ਜੇਠ ਦੀ ਇਹ ਗੱਲ ਤਾਂ ਬਹੁਤ ਅਜੀਬ ਲੱਗੀ। ਜੋ ਮੈਨੂੰ ਅੰਜੂ ਦੱਸ ਰਹੀ ਸੀ, ਮੈਂ ਉਸ ਨੂੰ ਇਹ ਕਹਿ ਕੇ ਟਾਲ ਦਿੱਤਾ ਕਿ ਤੈਨੂੰ ਬੇਟੀ ਸਮਝ ਕੇ ਤੇਰਾ ਅਹਿਸਾਸ ਕਰ ਲਿਆ ਹੋਵੇਗਾ। ਉਹ ਕਹਿਣ ਲੱਗੀ, ਜਾਣਦੇ ਭਾਬੀ, ਮੈਂ ਸਾਰੀ ਜ਼ਿੰਦਗੀ ਤਰ੍ਹਾਂ ਦੇ ਲੋਕਾਂ ਦੇ ਘਰਾਂ ਵਿੱਚ ਕੰਮ ਕੀਤਾ, ਸਭ ਦੀਆਂ ਨਜ਼ਰਾਂ ਨੂੰ ਚੰਗੀ ਤਰ੍ਹਾਂ ਜਾਣਦੀ ਹਾਂ। ਇਹ ਕਹਿ ਕੇ ਉਹ ਕਿਚਨ ਵਿੱਚ ਕੰਮ ਕਰਨ ਲਈ ਚਲੀ ਗਈ। ਮੈਂ ਉਸ ਗੱਲ ਨੂੰ ਭੁਲਾ ਦਿੱਤਾ, ਲੇਕਿਨ ਹੁਣ ਜੋ ਮੇਰੇ ਨਾਲ ਹੋ ਰਿਹਾ ਸੀ ਉਹ ਬੜਾ ਹੀ ਅਜੀਬੋ-ਗਰੀਬ ਸੀ। ਆਖਿਰ ਕੌਣ ਸੀ ਜੋ ਕਾਲਾ ਰੰਗ ਮੇਰੇ ਪੈਰਾਂ 'ਤੇ ਲਗਾ ਕੇ ਜਾਂਦਾ ਸੀ? ਰੋਜ਼ ਰਾਤ ਨੂੰ ਜਦੋਂ ਮੈਂ ਸੌਂ ਜਾਂਦੀ ਤਾਂ ਸਵੇਰੇ ਉੱਠ ਕੇ ਆਪਣੇ ਪੈਰ ਦੇਖਦੀ ਤਾਂ ਮੇਰੇ ਪੈਰਾਂ 'ਤੇ ਕਾਲੇ ਨਿਸ਼ਾਨ ਹੁੰਦੇ ਤੇ ਮੈਨੂੰ ਪਤਾ ਵੀ ਨਹੀਂ ਚੱਲਦਾ ਕਿ ਰਾਤ ਨੂੰ ਮੈਂ ਦੇਰ ਤੱਕ ਜਾਗਦੀ ਰਹਿੰਦੀ ਸੀ। ਮੇਰੀ ਕੰਮ ਕਰਨ ਵਾਲੀ ਨੌਕਰਾਣੀ ਮੇਰੇ ਹੀ ਕਮਰੇ ਵਿੱਚ ਜ਼ਮੀਨ 'ਤੇ ਬਿਸਤਰ ਲਗਾ ਕੇ ਸੌਂ ਜਾਂਦੀ ਸੀ। ਮੈਂ ਰਾਤ 12 ਵਜੇ ਤੱਕ ਮੋਬਾਈਲ ਵਿੱਚ ਮੂਵੀ ਦੇਖ ਰਹੀ ਹੁੰਦੀ ਸੀ ਤੇ ਥੋੜ੍ਹੀ ਦੇਰ ਬਾਅਦ ਹੀ ਮੈਨੂੰ ਨੀਂਦ ਆ ਜਾਂਦੀ। ਸਾਰਾ ਦਿਨ ਘਰ ਦੇ ਕੰਮਾਂ ਵਿੱਚ ਲੱਗ ਕੇ ਮੈਂ ਪੂਰੀ ਰਾਤ ਜਾਗ ਨਹੀਂ ਪਾਉਂਦੀ ਸੀ। ਇੱਕ ਰਾਤ ਜਦੋਂ ਮੈਂ ਆਪਣੇ ਜੇਠ ਦੇ ਕਮਰੇ ਵਿੱਚ ਉਸ ਨੂੰ ਚਾਹ ਦੇਣ ਲਈ ਗਈ ਤਾਂ ਮੇਰੇ ਹੋਸ਼ ਉੱਡ ਗਏ। ਉਹ ਕਾਲੀ ਸ਼ਾਹੀ ਨੂੰ ਉਂਗਲੀ 'ਤੇ ਲਗਾਏ ਖਾਲੀ ਕਾਗਜ਼ 'ਤੇ ਕੁਝ ਆਡੀਆਂ ਮੇਡੀਆਂ ਲਕੀਰਾਂ ਖਿੱਚ ਰਹੇ ਸੀ। ਮੈਂ ਤਾਂ ਸ਼ਾਮ ਦੀ ਚਾਹ ਉਹਨਾਂ ਦੇ ਕਮਰੇ ਵਿੱਚ ਲੈ ਕੇ ਗਈ, ਲੇਕਿਨ ਜੋ ਦੇਖ ਚੁੱਕੀ ਸੀ ਮੇਰੇ ਹੋਸ਼ ਉਡਾਉਣ ਦੇ ਲਈ ਕਾਫੀ ਸੀ। ਜਦੋਂ ਉਸ ਦੀ ਨਜ਼ਰ ਮੇਰੇ 'ਤੇ ਪਈ ਤਾਂ ਉਹ ਅਚਾਨਕ ਘਬਰਾ ਗਏ ਤੇ ਫਿਰ ਮੈਨੂੰ ਦੇਖ ਕੇ ਗੁੱਸੇ ਵਿੱਚ ਕਹਿਣ ਲੱਗੇ, ਤੂੰ ਬਿਨਾਂ ਪੁੱਛੇ ਮੇਰੇ ਕਮਰੇ ਵਿੱਚ ਕਿਉਂ ਆ ਜਾਂਦੀ ਆ? ਕਿਉਂ ਤੈਨੂੰ ਕਿਸੇ ਨੇ ਇਹ ਨਹੀਂ ਸਿਖਾਇਆ ਕਿ ਕਿਸੇ ਦੇ ਕਮਰੇ ਵਿੱਚ ਬਿਨਾਂ ਇਜਾਜ਼ਤ ਨਹੀਂ ਜਾਣਾ ਚਾਹੀਦਾ? ਇਜਾਜ਼ਤ ਮਿਲਣ 'ਤੇ ਹੀ ਅੰਦਰ ਆਉਂਦੇ ਆ। ਪਹਿਲੀ ਵਾਰ ਉਹਨਾਂ ਨੇ ਮੈਨੂੰ ਇਹ ਅੰਦਾਜ਼ ਵਿੱਚ ਗੱਲ ਕੀਤੀ ਸੀ, ਮੇਰਾ ਤਾਂ ਰੰਗ ਹੀ ਫਿੱਕਾ ਪੈ ਗਿਆ। ਮੈਂ ਵਾਪਸ ਪਲਟ ਕੇ ਸਿੱਧਾ ਆਪਣੇ ਕਮਰੇ ਵਿੱਚ ਆ ਗਈ ਤੇ ਚਾਹ ਉੱਥੇ ਹੀ ਉਸਦੇ ਕਮਰੇ ਵਿੱਚ ਰੱਖ ਦਿੱਤੀ। ਟੇਬਲ ਮੇਰੇ ਦਿਲ ਦੀਆਂ ਧੜਕਣਾਂ ਤੇਜ਼ ਚੱਲ ਰਹੀਆਂ ਸੀ। ਅਜਿਹਾ ਲੱਗ ਰਿਹਾ ਸੀ ਜਿਵੇਂ ਮੇਰੇ ਸੀਨੇ ਵਿੱਚੋਂ ਦਿਲ ਨਿਕਲ ਕੇ ਬਾਹਰ ਆ ਜਾਵੇਗਾ। ਮੈਨੂੰ ਆਪਣੇ ਪੈਰਾਂ 'ਤੇ ਲੱਗੀ ਸ਼ਾਹੀ ਦੇ ਨਿਸ਼ਾਨ ਯਾਦ ਆ ਰਹੇ ਸੀ ਤਾਂ ਕਿ ਇਹ ਨਿਸ਼ਾਨ ਮੇਰੇ ਜੇਠ ਹੀ ਮੇਰੇ ਪੈਰਾਂ 'ਤੇ ਤਾਂ ਨਹੀਂ। ਇਹ ਖਿਆਲ ਮੇਰੇ ਦਿਮਾਗ ਵਿੱਚ ਆਉਂਦੇ ਹੀ ਮੇਰਾ ਸਰੀਰ ਕੰਬਣ ਲੱਗ ਜਾਂਦਾ।
ਇਹ ਅਜੀਬ ਜਿਹੀ ਗੱਲ ਸੀ। ਪਹਿਲਾਂ ਤਾਂ ਮੈਂ ਦਿਲ ਹੀ ਦਿਲ ਵਿੱਚ ਇਹ ਗੱਲ ਤੋਂ ਇਨਕਾਰ ਕਰ ਰਹੀ ਸੀ। ਮੇਰੇ ਜੇਠ ਮੇਰੇ ਬਾਪ ਸਮਾਨ ਸੀ। ਉਹ ਉਮਰ ਵਿੱਚ ਮੇਰੇ ਪਤੀ ਤੋਂ ਕਾਫੀ ਵੱਡੇ ਸਨ ਅਤੇ ਉਹਨਾਂ ਦੇ ਬਾਰੇ ਵਿੱਚ ਅਜਿਹਾ ਕਿਵੇਂ ਸੋਚ ਸਕਦੀ ਹਾਂ। ਲੇਕਿਨ ਸੱਚ ਹਕੀਕਤ ਇਹੀ ਸੀ ਕਿ ਮੇਰੇ ਪੈਰਾਂ 'ਤੇ ਜੋ ਨਿਸ਼ਾਨ ਹੁੰਦੇ ਸੀ ਉਹ ਮੇਰੇ ਜੇਠ ਦੀ ਉਂਗਲ 'ਤੇ ਲੱਗੇ ਰੰਗ ਦੀ ਸ਼ਾਹੀ ਵਰਗੇ ਸੀ। ਇੱਕ ਵਾਰ ਮੈਂ ਆਪਣੇ ਕਮਰੇ 'ਚੋਂ ਨਿਕਲ ਕੇ ਕਿਚਨ ਵਿੱਚ ਗਈ ਤਾਂ ਮੇਰੇ ਜੇਠ ਨੌਕਰਾਣੀ ਦੇ ਬਿਲਕੁਲ ਪਿੱਛੇ ਖੜੇ ਹੋਏ ਸੀ। ਉਹ ਧਿਆਨ ਨਾਲ ਚੁੱਲ੍ਹੇ 'ਤੇ ਦਾਲ ਪਕਾ ਰਹੀ ਸੀ। ਉਹ ਉਸਦੇ ਇੰਨੇ ਕਰੀਬ ਸੀ ਕਿ ਸ਼ਾਇਦ 1 ਇੰਚ ਦਾ ਫਾਸਲਾ ਹੋਵੇ। ਮੈਨੂੰ ਬਹੁਤ ਅਜੀਬ ਲੱਗ ਰਿਹਾ ਸੀ ਤੇ ਨੌਕਰਾਣੀ ਨੂੰ ਇਹ ਗੱਲ ਨਹੀਂ ਪਤਾ ਸੀ। ਉਹ ਉਸਦੇ ਪਿੱਛੇ ਖੜੇ ਹੋਏ ਸਨ। ਇਸ ਦਾ ਮਤਲਬ ਕਿ ਨੌਕਰਾਣੀ ਉਸ ਦਿਨ ਠੀਕ ਕਹਿ ਰਹੀ ਸੀ ਕਿ ਮੇਰੇ ਜੇਠ ਦੀ ਨਜ਼ਰ ਤੇ ਨੀਅਤ ਚੰਗੀ ਨਹੀਂ। ਮੈਂ ਕਿਚਨ ਵਿੱਚ ਚਲੀ ਗਈ ਤੇ ਮੈਂ ਆਪਣੇ ਜੇਠ ਨੂੰ ਕਿਹਾ, ਭਾਈ ਜੀ ਤੁਸੀਂ ਇੱਥੇ ਕੀ ਕਰ ਰਹੇ ਹੋ? ਕਿਉਂਕਿ ਮੈਂ ਉਹਨਾਂ ਨੂੰ ਅੱਜ ਤੋਂ ਪਹਿਲਾਂ ਕਦੇ ਵੀ ਕਿਚਨ ਵਿੱਚ ਨਹੀਂ ਦੇਖਿਆ ਸੀ। ਉਹ ਮੇਰੀ ਆਵਾਜ਼ ਸੁਣ ਕੇ ਬੁਰੀ ਤਰ੍ਹਾਂ ਘਬਰਾ ਗਏ। ਮੈਨੂੰ ਕਿਚਨ ਵਿੱਚ ਦੇਖ ਕੇ ਉਸਦੇ ਹੋਸ਼ ਉੱਡ ਗਏ ਸੀ। ਮੇਰੀ ਆਵਾਜ਼ ਤੇ ਅੰਜੂ ਵੀ ਖਾਣਾ ਛੱਡ ਕੇ ਮੈਨੂੰ ਦੇਖਣ ਲੱਗੀ। ਉਹ ਮੇਰੇ ਜੇਠ ਦੇ ਕਿਚਨ ਵਿੱਚ ਆਉਣ ਤੋਂ ਬੇਖਬਰ ਸੀ ਅਤੇ ਭਾਈ ਜੀ ਵੀ ਅਜੀਬ ਜਿਹੀਆਂ ਨਜ਼ਰਾਂ ਨਾਲ ਸਾਨੂੰ ਦੇਖ ਕੇ ਦੋਨਾਂ ਨੂੰ ਦੇਖ ਰਹੇ ਸੀ। ਮੈਂ ਅੰਜੂ ਨੂੰ ਨਜ਼ਰ ਅੰਦਾਜ਼ ਕੀਤਾ ਤੇ ਆਪਣੇ ਜੇਠ ਨੂੰ ਕਿਚਨ ਵਿੱਚ ਆਉਣ ਦੀ ਵਜ੍ਹਾ ਪੁੱਛਣ ਲੱਗੀ ਤੇ ਕਹਿਣ ਲੱਗੇ ਕਿ ਮੈਂ ਇਸ ਨੌਕਰਾਣੀ ਨੂੰ ਕੰਮ ਤੋਂ ਹਟਾਉਣਾ ਚਾਹੁੰਦਾ। ਮੈਂ ਕਾਫੀ ਦਿਨਾਂ ਤੋਂ ਦੇਖ ਰਿਹਾ ਇਹ ਸਾਡੇ ਘਰ ਦਾ ਕੰਮ ਗੰਦਗੀ ਨਾ ਕਰਦੀ ਆ। ਉਸ ਦੇ ਅੰਦਰ ਬਿਲਕੁਲ ਵੀ ਸਫਾਈ ਨਹੀਂ। ਹੁਣ ਇਹ ਝਾੜੂ ਲਗਾ ਕੇ ਆਈ ਆ ਤੇ ਬਿਨਾਂ ਹੀ ਹੱਥ ਧੋਤੇ ਖਾਣਾ ਬਣਾ ਰਹੀ ਆ। ਇਸ ਦੇ ਹੱਥ ਗੰਦੇ ਹਨ। ਅੰਜੂ ਕੁਝ ਪਰੇਸ਼ਾਨ ਜਿਹੀ ਹੋ ਗਈ। ਕਹਿਣ ਲੱਗੀ, ਸਾਹਿਬ ਤੁਸੀਂ ਕਿਉਂ ਝੂਠ ਬੋਲ ਰਹੇ ਹੋ? ਮੈਂ ਕਿਚਨ ਵਿੱਚ ਆਉਣ ਤੋਂ ਪਹਿਲਾਂ ਹੱਥ ਧੋਤੇ ਸੀ। ਉਸ ਦੇ ਬਾਅਦ ਹੀ ਖਾਣਾ ਬਣਾਉਣਾ ਸ਼ੁਰੂ ਕੀਤਾ ਸੀ। ਮੇਰੇ ਜੇਠ ਤਾਂ ਮੇਰੀ ਨੌਕਰਾਣੀ ਨਾਲ ਬਹਿਸ ਕਰਨ ਤੇ ਉੱਤਰ ਆਈ ਤੇ ਕਹਿਣ ਲੱਗੇ ਕਿ ਤੂੰ ਝੂਠ ਬੋਲ ਰਹੀ ਆ, ਮੇਰੇ ਭਰਾ ਦੇ ਪੈਸੇ ਹਰਾਮ ਕਰ ਰਹੀ ਆ। ਮੈਂ ਤਾਂ ਤੈਨੂੰ ਤਨਖਾਹ ਨਹੀਂ ਦੇਵਾਂਗਾ ਤੇ ਤੂੰ ਗੰਦੇ ਹੱਥਾਂ ਨਾਲ ਘਰ ਦਾ ਖਾਣਾ ਬਣਾ ਰਹੀ ਆ। ਤੂੰ ਆਪਣੇ ਗੰਦੇ ਹੱਥਾਂ ਦਾ ਬਣਿਆ ਹੋਇਆ ਖਾਣਾ ਸਾਨੂੰ ਨਾ ਖਵਾ ਕੇ ਬਿਮਾਰ ਕਰਨਾ ਚਾਹੁੰਦੀ ਆ। ਚੰਗਾ ਹੋਇਆ ਅੱਜ ਮੈਂ ਆਪਣੀਆਂ ਅੱਖਾਂ ਨਾਲ ਦੇਖ ਲਿਆ, ਵਰਨਾ ਨਾ ਜਾਣੇ ਤੂੰ ਕਦੋਂ ਤੋਂ ਸਾਡੇ ਘਰ ਵਿੱਚ ਗੰਦੇ ਹੱਥਾਂ ਨਾਲ ਖਾਣਾ ਬਣਾ ਕੇ ਖਵਾ ਰਹੀ ਆ। ਉਹ ਨੌਕਰਾਣੀ ਅੰਜੂ ਬੁਰੀ ਤਰ੍ਹਾਂ ਕਿਚਨ ਵਿੱਚ ਖੜੇ ਹੋਏ ਬਹਿਸ ਕਰ ਰਹੀ ਸੀ। ਮੈਂ ਉਹਨਾਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਕਿਹਾ, ਤੁਸੀਂ ਕਿਚਨ ਵਿੱਚ ਚਲੇ ਜਾਓ, ਮੈਂ ਖੁਦ ਨੌਕਰਾਣੀ ਨਾਲ ਗੱਲ ਕਰ ਲਵਾਂਗੀ। ਲੇਕਿਨ ਉਹ ਵੀ ਮੇਰੇ ਤੇ ਗੁੱਸਾ ਕਰਨ ਲੱਗੇ। ਕਹਿਣ ਲੱਗੇ, ਤੇਰੀ ਵੀ ਲਾਪਰਵਾਹੀ ਦਾ ਨਤੀਜਾ ਹੈ, ਵਰਨਾ ਮੈਂ ਤਾਂ ਇਸ ਨੌਕਰਾਣੀ ਨੂੰ 2 ਦਿਨਾਂ ਵਿੱਚ ਹੀ ਸਿੱਧਾ ਕਰ ਦੇਵਾਂ। ਮੇਰਾ ਭਰਾ ਸ਼ਹਿਰ ਵਿੱਚ ਨਾ ਜਾਣੇ ਕਿਵੇਂ ਆਪਣਾ ਗੁਜ਼ਾਰਾ ਕਰਕੇ ਆਪਣੇ ਘਰੇ ਪੈਸੇ ਭੇਜਦਾ ਤੇ ਇਹ ਲੜਕੀ ਸਾਨੂੰ ਆਪਣੇ ਗੰਦੇ ਹੱਥਾਂ ਨਾਲ ਖਾਣਾ ਖਵਾ ਦਿੰਦੀ ਆ। ਅੱਜ ਤੋਂ ਤੂੰ ਹੀ ਖਾਣਾ ਬਣਾਇਆ ਕਰ। ਇਸ ਲੜਕੀ ਦੇ ਹੱਥ ਦਾ ਬਣਿਆ ਹੋਇਆ ਖਾਣਾ ਮੈਂ ਨਹੀਂ ਖਾਊਂਗਾ। ਜੇ ਮੈਂ ਇਸ ਨੂੰ ਖਾਣਾ ਬਣਾਉਂਦੇ ਹੋਏ ਦੇਖ ਲਿਆ ਤਾਂ ਮੈਂ ਇਸ ਨੂੰ ਧੱਕੇ ਮਾਰ ਕੇ ਘਰ ਤੋਂ ਬਾਹਰ ਕੱਢ ਦੇਵਾਂਗਾ। ਗੁੱਸੇ ਵਿੱਚ ਇਹ ਕਹਿੰਦੇ ਹੋਏ ਉਹ ਕਿਚਨ 'ਚੋਂ ਨਿਕਲ ਗਏ। ਅੰਜੂ ਦਾ ਰੋਣ ਲੱਗੀ। ਕਹਿਣ ਲੱਗੀ, ਮੈਨੂੰ ਇੱਥੇ ਕੰਮ ਹੀ ਨਹੀਂ ਕਰਨਾ। ਪੈਸੇ ਲੈਂਦੇ ਆ ਤਾਂ ਆਪਣੀ ਮਿਹਨਤ ਦੇ ਲੈਂਦੇ ਆ। ਅਸੀਂ ਆਪਣੀ ਇੱਜ਼ਤ ਨਹੀਂ ਵੇਚ ਰੱਖੀ। ਸਾਹਿਬ ਨੇ ਇੰਨੀਆਂ ਸਾਰੀਆਂ ਗੱਲਾਂ ਸੁਣਾ ਦਿੱਤੀਆਂ। ਮੈਨੂੰ ਤਾਂ ਪਹਿਲਾਂ ਤੋਂ ਹੀ ਸਾਹਿਬ ਦੀਆਂ ਨਜ਼ਰਾਂ ਚੰਗੀਆਂ ਨਹੀਂ ਲੱਗਦੀਆਂ, ਲੇਕਿਨ ਸਿਰਫ ਪੈਸੇ ਦੀ ਖਾਤਰ ਮੈਂ ਇੱਥੇ ਕੰਮ ਕਰ ਰਹੀ ਹਾਂ। ਉਹ ਬਹੁਤ ਰੋਈ, ਲੇਕਿਨ ਗੁੱਸੇ ਵਿੱਚ ਉਹ ਆਪਣਾ ਕੰਮ ਛੱਡਣ ਨੂੰ ਤਿਆਰ ਬੈਠੀ ਸੀ। ਮੈਂ ਉਸ ਨੂੰ ਆਪਣੇ ਗਲੇ ਲਗਾ ਲਿਆ ਤੇ ਚੁੱਪ ਕਰਾਇਆ, ਕਿਉਂਕਿ ਮੈਂ ਜੇਠ ਦੇ ਨਾਲ ਇਕੱਲੀ ਇਸ ਘਰ ਵਿੱਚ ਨਹੀਂ ਰਹਿਣਾ ਚਾਹੁੰਦੀ ਸੀ। ਮੈਨੂੰ ਇਹ ਹੌਸਲਾ ਸੀ ਕਿ ਇੱਕ ਔਰਤ ਆ ਇਸ ਘਰ ਵਿੱਚ ਜੋ ਮੇਰੇ ਨਾਲ ਰਹਿੰਦੀ ਆ। ਹੁਣ ਤਾਂ ਮੈਂ ਇੱਕ ਪਰੇਸ਼ਾਨੀ ਤੋਂ ਨਿਕਲ ਨਹੀਂ ਪਾਈ ਸੀ ਤੇ ਮੇਰੇ ਪੈਰਾਂ 'ਤੇ ਕਾਲੇ ਨਿਸ਼ਾਨ ਕਿੱਥੋਂ ਆ ਜਾਂਦੇ ਆ ਤੇ ਫਿਰ ਨੌਕਰਾਣੀ ਦੇ ਹੁੰਦੇ ਹੋਏ ਉਹ ਮੇਰੇ ਕਮਰੇ ਵਿੱਚ ਕਿਵੇਂ ਆ ਸਕਦੇ ਆ। ਮੈਂ ਅੰਜੂ ਨੂੰ ਕਿਹਾ, ਤੂੰ ਖਾਣੇ ਨੂੰ ਹੱਥ ਨਾ ਲਗਾਈ, ਖਾਣਾ ਮੈਂ ਖੁਦ ਤਿਆਰ ਕਰ ਲਵਾਂਗੀ ਤੇ ਤੂੰ ਕੋਈ ਹੋਰ ਕੰਮ ਦੇਖ ਲਾ, ਲੇਕਿਨ ਤੂੰ ਇਸ ਘਰ ਦੇ ਕੰਮਾਂ ਨੂੰ ਛੱਡ ਕੇ ਨਾ ਜਾਈਂ। ਮੈਂ ਬੜੀ ਮੁਸ਼ਕਲ ਨਾਲ ਨੌਕਰਾਣੀ ਨੂੰ ਰਾਜੀ ਕਰਕੇ ਕਿਚਨ ਵਿੱਚ ਬਾਹਰ ਕੱਢਿਆ ਤਾਂ ਹਾਲ ਵਿੱਚ ਬੈਠੇ ਮੇਰੇ ਜੇਠ ਮੇਰੇ ਪਤੀ ਨਾਲ ਫੋਨ ਤੇ ਬਹਿਸ ਕਰ ਰਹੇ ਸੀ। ਉਹ ਨੌਕਰਾਣੀ ਘਰ ਵਿੱਚੋਂ ਨਿਕਲ ਜਾਣੀ ਚਾਹੀਦੀ ਆ, ਨਹੀਂ ਤਾਂ ਮੈਂ ਖੁਦ ਉਸ ਨੂੰ ਧੱਕੇ ਮਾਰ ਕੇ ਘਰ ਤੋਂ ਬਾਹਰ ਕੱਢ ਦੇਵਾਂਗਾ। ਮੈਂ ਸੋਚ ਲਿਆ ਕਿ ਮੇਰੇ ਜੇਠ ਜੀ ਅੰਜੂ ਨੂੰ ਘਰ ਤੋਂ ਬਾਹਰ ਕੱਢ ਦੇਣਗੇ ਤਾਂ ਮੈਂ ਵੀ ਆਪਣੇ ਪਤੀ ਨੂੰ ਸਾਫ਼-ਸਾਫ਼ ਕਹਿ ਦੇਵਾਂਗੀ ਕਿ ਨੌਕਰਾਣੀ ਜੇਕਰ ਘਰ ਵਿੱਚ ਨਹੀਂ ਰਹੇਗੀ ਤਾਂ ਮੈਂ ਵੀ ਇਸ ਘਰ ਵਿੱਚ ਆਪਣੇ ਜੇਠ ਦੇ ਨਾਲ ਇਕੱਲੇ ਨਹੀਂ ਰਹਾਂਗੀ ਤੇ ਮੈਂ ਆਪਣੇ ਪੇਕੇ ਚਲੀ ਜਾਵਾਂਗੀ, ਜਾਂ ਫਿਰ ਮੇਰੇ ਪਤੀ ਮੈਨੂੰ ਆਪਣੇ ਨਾਲ ਸ਼ਹਿਰ ਲੈ ਕੇ ਚਲੇ ਜਾਣ। ਭਾਈ ਜੀ ਨੂੰ ਅੰਜੂ ਦੇ ਖਾਣੇ ਤੋਂ ਪਰੇਸ਼ਾਨੀ ਤਾਂ ਮੈਂ ਖਾਣਾ ਵੀ ਮੈਂ ਬਣਾ ਦਿਆ ਕਰੂੰਗੀ। ਮੇਰੇ ਪਤੀ ਨੇ ਨਾ ਜਾਣੇ ਆਪਣੇ ਵੱਡੇ ਭਰਾ ਨੂੰ ਕਿਸ ਤਰ੍ਹਾਂ ਨਾਲ ਸਮਝਾਇਆ, ਕਿਉਂਕਿ ਹੁਣ ਵੱਡਾ ਭਰਾ ਅਕਸਰ ਫੋਨ ਤੇ ਮੇਰੇ ਪਤੀ ਨਾਲ ਅੰਜੂ ਦੇ ਬਾਰੇ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਕਰਦਾ ਸੀ। ਮੈਂ ਖੁਦ ਹੀ ਕਿਚਨ ਵਿੱਚ ਖੜੇ ਹੋ ਕੇ ਖਾਣਾ ਬਣਾਉਣ ਲੱਗੀ ਤੇ ਆਪਣੇ ਹੱਥ ਨਾਲ ਹੀ ਖਾਣਾ ਆਪਣੇ ਜੇਠ ਦੇ ਸਾਹਮਣੇ ਲੈ ਕੇ ਜਾਂਦੀ। ਹੁਣ ਕੁਝ ਟਾਈਮ ਆਰਾਮ ਕਰਨ ਦੇ ਲਈ ਆਪਣੇ ਕਮਰੇ ਵਿੱਚ ਜਾ ਰਹੀ ਸੀ ਕਿ ਅਚਾਨਕ ਉਹ ਮੈਨੂੰ ਕਹਿਣ ਲੱਗੇ ਕਿ ਅੱਜ ਦੇ ਬਾਅਦ ਮੈਨੂੰ ਇਹ ਨੌਕਰਾਣੀ ਮੇਰੇ ਕਮਰੇ ਦੇ ਵੱਲ ਨਜ਼ਰ ਨਹੀਂ ਆਉਣੀ ਚਾਹੀਦੀ। ਅੱਜ ਦੇ ਬਾਅਦ ਮੇਰੇ ਸਾਰੇ ਕੰਮ ਅਤੇ ਕਮਰੇ ਦੀ ਸਫਾਈ ਤੂੰ ਹੀ ਕਰੇਂਗੀ। ਇਹ ਸੁਣ ਕੇ ਮੈਂ ਹਾਂ ਕਰਦੇ ਹੋਏ ਸਿਰ ਹਿਲਾ ਦਿੱਤਾ ਤੇ ਮੈਂ ਕਿਹਾ,
ਠੀਕ ਆ ਭਾਈ ਜੀ, ਤੁਹਾਡੇ ਸਾਰੇ ਕੰਮ ਮੈਂ ਖੁਦ ਕਰ ਲਿਆ ਕਰੂੰਗੀ। ਮੈਂ ਸੋਚਿਆ ਕਿ ਮੈਂ ਭਾਈ ਜੀ ਅਤੇ ਮੰਜੂ ਦੇ ਗੁੱਸੇ ਵਿੱਚ 2-4 ਦਿਨ ਕੰਮ ਕਰ ਦਿਆਂਗੀ, ਫਿਰ ਖੁਦ ਹੀ ਠੀਕ ਹੋ ਜਾਵੇਗਾ। ਲੇਕਿਨ ਮੈਨੂੰ ਕੀ ਪਤਾ ਸੀ ਕਿ ਉਹਨਾਂ ਦਾ ਮੈਨੂੰ ਆਪਣੇ ਕਮਰੇ ਵਿੱਚ ਬੁਲਾਉਣ ਦਾ ਕੀ ਮਕਸਦ ਸੀ। ਅਗਲੇ ਦਿਨ ਮੈਂ ਆਪਣੇ ਜੇਠ ਦੇ ਕਮਰੇ ਦੀ ਸਫਾਈ ਕਰਨ ਦੇ ਲਈ ਚਲੀ ਗਈ। ਪਹਿਲਾਂ ਮੈਂ ਉਹਨਾਂ ਦਾ ਦਰਵਾਜ਼ਾ ਵਜਾਇਆ ਤਾਂ ਕਿ ਮੈਂ ਉਹਨਾਂ ਦੇ ਕਮਰੇ ਦੀ ਸਫਾਈ ਕਰ ਸਕਾਂ ਅਤੇ ਫਿਰ ਉਹ ਕਮਰੇ ਤੋਂ ਬਾਹਰ ਨਿਕਲ ਜਾਣ। ਮੈਂ ਦੇਖਿਆ ਕਿ ਉਹ ਫਿਰ ਤੋਂ ਕਾਲੀ ਸ਼ਾਹੀ ਨਾਲ ਉਂਗਲੀਆਂ ਨਾਲ ਇੱਕ ਹੋਰ ਸਫੇਦ ਕਾਗਜ਼ ਉੱਤੇ ਲਕੀਰਾਂ ਖਿੱਚ ਰਹੇ ਸੀ। ਮੈਨੂੰ ਦੇਖ ਕੇ ਜਲਦੀ ਹੀ ਉਹਨਾਂ ਨੇ ਉਹ ਸਾਰੇ ਕਾਗਜ਼ ਅਲਮਾਰੀ ਵਿੱਚ ਰੱਖ ਦਿੱਤੇ ਅਤੇ ਸਿੱਧੇ ਹੋ ਕੇ ਬੈਠ ਗਏ। ਮੈਂ ਕਿਹਾ, ਭਾਈ ਜੀ ਤੁਸੀਂ ਕਮਰੇ ਤੋਂ ਬਾਹਰ ਚਲੇ ਜਾਓ, ਮੈਂ ਤੁਹਾਡੇ ਕਮਰੇ ਦੀ ਸਫਾਈ ਕਰ ਦਿੰਦੀ ਹਾਂ। ਉਹ ਕਹਿਣ ਲੱਗੇ ਕਿ ਹਾਂ ਕਰ ਦੇ। ਮੈਂ ਉਹਨਾਂ ਦੇ ਬੈੱਡ ਦੀ ਚਾਦਰ ਬਦਲੀ ਅਤੇ ਝਾੜੂ ਲਗਾਉਣ ਲੱਗੀ, ਲੇਕਿਨ ਉਹ ਕਮਰੇ ਤੋਂ ਬਾਹਰ ਨਹੀਂ ਗਏ। ਬਾਰ-ਬਾਰ ਮੈਨੂੰ ਹੀ ਦੇਖੀ ਜਾ ਰਹੇ ਸੀ। ਇੱਕ ਵਾਰ ਵੀ ਉਹਨਾਂ ਦੀ ਨਜ਼ਰ ਮੇਰੇ ਤੋਂ ਨਾ ਹਟੀ। ਉਹਨਾਂ ਦੇ ਇਸ ਤਰ੍ਹਾਂ ਦੇਖਣ ਦੀ ਵਜ੍ਹਾ ਨਾਲ ਮੈਂ ਵੀ ਸਕੂਨ ਨਾਲ ਕੰਮ ਨਹੀਂ ਕਰ ਪਾ ਰਹੀ ਸੀ। ਮੇਰੇ ਹੱਥ ਪੈਰ ਘਬਰਾਉਣ ਦੀ ਵਜ੍ਹਾ ਨਾਲ ਬੁਰੀ ਤਰ੍ਹਾਂ ਕੰਬ ਰਹੇ ਸੀ ਅਤੇ ਪਸੀਨਾ ਵੀ ਆ ਰਿਹਾ ਸੀ। ਮੈਂ ਬਾਰ-ਬਾਰ ਆਪਣੇ ਚਿਹਰੇ ਨੂੰ ਦੁਪੱਟੇ ਨਾਲ ਸਾਫ਼ ਕਰ ਰਹੀ ਸੀ ਅਤੇ ਨਾਲ-ਨਾਲ ਫਰਸ਼ 'ਤੇ ਝਾੜੂ ਲਗਾ ਰਹੀ ਸੀ। ਮੇਰੇ ਜੇਠ ਆਰਾਮ ਨਾਲ ਕੁਰਸੀ 'ਤੇ ਬੈਠ ਗਏ। ਕੁਝ ਦੇਰ ਬਾਅਦ ਉਹ ਕੁਰਸੀ ਤੋਂ ਉੱਠ ਕੇ ਮੇਰੇ ਕਰੀਬ ਆਏ ਅਤੇ ਆ ਕੇ ਮੇਰੇ ਸਾਹਮਣੇ ਖੜ੍ਹੇ ਹੋ ਗਏ ਤਾਂ ਮੈਨੂੰ ਵੀ ਖੜ੍ਹੇ ਹੋਣਾ ਪਿਆ। ਉਹ ਮੈਨੂੰ ਕਹਿਣ ਲੱਗੇ, ਇੰਨੀ ਗਰਮੀ ਹੋ ਰਹੀ ਆ, ਤੂੰ ਆਪਣਾ ਦੁਪੱਟਾ ਉਤਾਰ ਕੇ ਝਾੜੂ ਲਗਾ। ਮੈਂ ਤਾਂ ਵੈਸੇ ਵੀ ਵਾਸ਼ਰੂਮ ਵਿੱਚ ਨਹਾਉਣ ਜਾ ਰਿਹਾ, ਕਮਰੇ ਵਿੱਚ ਕੋਈ ਨਹੀਂ। ਉਸ ਦੀ ਇਹ ਗੱਲ ਸੁਣ ਕੇ ਮੇਰੇ ਹੋਸ਼ ਉੱਡ ਗਏ ਅਤੇ ਮੈਨੂੰ ਉਹਨਾਂ ਦੀ ਇਹ ਕਹੀ ਹੋਈ ਗੱਲ ਬੜੀ ਅਜੀਬ ਲੱਗੀ। ਉਹਨਾਂ ਨੇ ਮੈਨੂੰ ਇਹ ਗੱਲ ਇਸ ਕਦਰ ਹੌਲੀ ਜਿਹੀ ਸ਼ਬਦਾਂ ਵਿੱਚ ਕਹੀ ਸੀ ਜਿਸ ਨਾਲ ਮੈਨੂੰ ਬਹੁਤ ਜ਼ਿਆਦਾ ਹੈਰਾਨੀ ਹੋਈ ਅਤੇ ਨੌਕਰਾਣੀ ਦੀਆਂ ਕਹੀਆਂ ਹੋਈਆਂ ਗੱਲਾਂ ਯਾਦ ਆਉਣ ਲੱਗੀਆਂ। ਮੈਂ ਕਿਹਾ, ਨਹੀਂ ਭਾਈ ਜੀ, ਮੈਨੂੰ ਆਪਣਾ ਦੁਪੱਟਾ ਪਹਿਨਣ ਦੇ ਹੀ ਕੰਮ ਕਰਨ ਦੀ ਆਦਤ ਆ। ਮੈਂ ਆਪਣਾ ਕੰਮ ਕਰ ਹੀ ਰਹੀ ਸੀ ਕਿ ਉਹਨਾਂ ਨੇ ਆਪਣੀ ਜੇਬ ਵਿੱਚੋਂ ਰੁਮਾਲ ਕੱਢਿਆ ਅਤੇ ਮੇਰੇ ਚਿਹਰੇ ਤੋਂ ਪਸੀਨਾ ਸਾਫ਼ ਕਰਨ ਲੱਗੇ। ਮੈਂ ਪਿੱਛੇ ਹਟ ਗਈ। ਉਹ ਵੀ ਕੁਝ ਘਬਰਾ ਜਿਹੇ ਗਏ। ਫੌਰਨ ਉਹ ਕਮਰੇ ਵਿੱਚੋਂ ਬਾਥਰੂਮ ਵਿੱਚ ਨਹਾਉਣ ਲਈ ਚਲੇ ਗਏ ਅਤੇ ਮੇਰੇ ਹੱਥ ਪੈਰ ਬੁਰੀ ਤਰ੍ਹਾਂ ਕੰਬ ਰਹੇ ਸੀ। ਆਖਰ ਉਹ ਮੇਰੇ ਨਾਲ ਇਹ ਹਰਕਤ ਕਿਉਂ ਕਰ ਰਹੇ ਸੀ? ਮੇਰੇ ਦਿਲ ਦੀ ਇਹ ਹਾਲਤ ਸੀ ਕਿ ਧੜਕਣਾ ਹੀ ਭੁੱਲ ਗਿਆ ਸੀ। ਮੈਂ ਆਪਣੇ ਜੇਠ ਦੀ ਇਸ ਹਰਕਤ ਤੋਂ ਬਹੁਤ ਡਰ ਗਈ। ਮੈਨੂੰ ਅਜਿਹਾ ਲੱਗ ਰਿਹਾ ਸੀ ਜਿਵੇਂ ਉਹ ਮੇਰੇ ਉੱਪਰ ਗੰਦੀ ਨਜ਼ਰ ਰੱਖਣ ਲੱਗੇ ਹੋਣ। ਮੈਨੂੰ ਤਾਂ ਆਪਣੇ ਜੇਠ ਦੇ ਕਰੈਕਟਰ 'ਤੇ ਸ਼ੱਕ ਹੋਣ ਲੱਗਿਆ। ਮੈਂ ਜਲਦੀ ਉਸ ਦੇ ਕਮਰੇ ਦੀ ਸਫਾਈ ਕੀਤੀ ਤਾਂ ਕਿ ਉਹ ਬਾਥਰੂਮ ਵਿੱਚ ਨਹਾ ਕੇ ਵਾਪਸ ਨਾ ਆ ਜਾਵੇ ਅਤੇ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਮੈਂ ਕਮਰੇ ਤੋਂ ਬਾਹਰ ਨਿਕਲ ਕੇ ਚਲੀ ਜਾਵਾਂ। ਸਾਰਾ ਦਿਨ ਮੈਂ ਇਹੀ ਸੋਚ ਕੇ ਪਰੇਸ਼ਾਨ ਰਹੀ। ਰਾਤ ਨੂੰ ਜਦੋਂ ਮੈਂ ਨੌਕਰਾਣੀ ਦੇ ਨਾਲ ਆਪਣੇ ਕਮਰੇ ਵਿੱਚ ਆਈ ਤਾਂ ਉਹ ਜ਼ਮੀਨ 'ਤੇ ਆਪਣਾ ਬਿਸਤਰਾ ਵਿਛਾ ਰਹੀ ਸੀ। ਮੈਂ ਉਸ ਨੂੰ ਕਿਹਾ, ਅੰਜੂ ਇੱਧਰ ਆ, ਮੇਰੇ ਕੋਲ ਬੈਠ। ਉਹ ਮੇਰੇ ਕੋਲ ਮੇਰੇ ਬੈੱਡ 'ਤੇ ਬੈਠ ਗਈ ਅਤੇ ਮੇਰੇ ਵੱਲ ਵੇਖ ਰਹੀ ਸੀ। ਮੈਂ ਉਸ ਨੂੰ ਕਿਹਾ, ਮੇਰੀ ਗੱਲ ਸੁਣ, ਮੈਂ ਸੋਚ ਰਹੀ ਹਾਂ ਕਿ ਅੰਜੂ ਇਹ ਗੱਲ ਦੱਸਣਾ ਠੀਕ ਰਹੇਗਾ ਜਾਂ ਨਹੀਂ। ਉਹ ਵਿਚਾਰੀ ਆਪਣਾ ਬਿਸਤਰਾ ਛੱਡ ਕੇ ਮੇਰੇ ਬੁਲਾਉਣ 'ਤੇ ਮੇਰੇ ਕੋਲ ਆ ਕੇ ਬੈਠ ਗਈ। ਹੁਣ ਤਾਂ ਮੈਨੂੰ ਉਸ ਨੂੰ ਕੁਝ ਨਾ ਕੁਝ ਦੱਸਣਾ ਹੀ ਸੀ। ਫਿਰ ਮੈਂ ਉਸ ਨੂੰ ਦੱਸ ਹੀ ਦਿੱਤਾ ਕਿ ਤੂੰ ਜੋ ਕੁਝ ਵੀ ਮੇਰੇ ਜੇਠ ਦੇ ਬਾਰੇ ਵਿੱਚ ਕਹਿੰਦੀ ਸੀ, ਮੈਨੂੰ ਵੀ ਹੁਣ ਉਹ ਸੱਚ ਲੱਗਣ ਲੱਗਾ। ਫਿਰ ਮੈਂ ਉਸ ਨੂੰ ਇਹ ਵੀ ਦੱਸ ਦਿੱਤਾ ਕਿ ਰੋਜ਼ ਮੇਰੇ ਪੈਰਾਂ 'ਤੇ ਇੱਕ ਕਾਲੀ ਸ਼ਾਹੀ ਦੇ ਨਿਸ਼ਾਨ ਹੁੰਦੇ ਆ। ਤਾਂ ਉਹ ਇਹ ਸੁਣ ਕੇ ਹੈਰਾਨ ਹੋ ਗਈ। ਮੈਨੂੰ ਹੈਰਾਨੀ ਭਰੀਆਂ ਨਜ਼ਰਾਂ ਨਾਲ ਦੇਖਣ ਲੱਗੀ ਅਤੇ ਕਹਿਣ ਲੱਗੀ, ਭਾਬੀ ਮੈਨੂੰ ਤਾਂ ਤੁਹਾਡੇ ਜੇਠ 'ਤੇ ਪਹਿਲਾਂ ਹੀ ਸ਼ੱਕ ਸੀ। ਮੈਨੂੰ ਤਾਂ ਲੱਗਦਾ ਤੇਰੇ ਉੱਤੇ ਉਹ ਕੁਝ ਗਲਤ ਵੀ ਕਰ ਰਹੇ ਆ। ਮੈਂ ਉਸ ਨੂੰ ਕਿਹਾ, ਤੇਰਾ ਗਲਤ ਦਾ ਕੀ ਮਤਲਬ ਆ? ਉਹ ਕਹਿਣ ਲੱਗੀ, ਮੈਨੂੰ ਅਜਿਹਾ ਲੱਗਦਾ ਭਾਬੀ ਤੁਹਾਡੇ ਜੇਠ ਤੁਹਾਡੇ ਉੱਪਰ ਕਾਲਾ ਜਾਦੂ ਕਰ ਰਹੀ ਆ। ਸਾਡੇ ਪਿੰਡ ਵਿੱਚ ਇੱਕ ਜੇਠ ਨੇ ਲਗਾਤਾਰ ਗਲਤ ਕੰਮ ਕਰਕੇ ਆਪਣੇ ਛੋਟੇ ਭਰਾ ਦੀ ਪਤਨੀ ਨਾਲ ਵਿਆਹ ਕਰ ਲਿਆ। ਉਹਨੇ ਕਾਲੇ ਜਾਦੂ ਨਾਲ ਆਪਣੇ ਭਰਾ ਦੀ ਪਤਨੀ 'ਤੇ ਕਾਬੂ ਕਰ ਲਿਆ ਸੀ ਅਤੇ ਉਸ ਔਰਤ ਦਾ ਪਤੀ ਵੀ ਬਾਹਰ ਰਹਿੰਦਾ ਸੀ। ਨੌਕਰਾਣੀ ਦੀ ਗੱਲ ਸੁਣ ਕੇ ਮੇਰੇ ਤਾਂ ਹੋਸ਼ ਉੱਡ ਗਏ। ਨੌਕਰਾਣੀ ਨੇ ਦੱਸਿਆ ਕਿ ਪਹਿਲਾਂ ਤਾਂ ਸਾਹਿਬ ਦੀ ਨਜ਼ਰ ਹਮੇਸ਼ਾ ਮੇਰੇ 'ਤੇ ਰਹਿੰਦੀ ਸੀ, ਲੇਕਿਨ ਹੁਣ ਮੈਂ ਦੇਖਣ ਲੱਗੀ ਹਾਂ ਕਿ ਉਹਨਾਂ ਦੀ ਨਜ਼ਰ ਤੁਹਾਡੇ ਉੱਤੇ ਰਹਿਣ ਲੱਗੀ ਆ। ਉਹ ਤੁਹਾਨੂੰ ਘੂਰ ਕੇ ਦੇਖਦੇ ਆ ਅਤੇ ਸ਼ਾਇਦ ਇਹੀ ਵਜ੍ਹਾ ਨਾਲ ਸਾਹਿਬ ਮੈਨੂੰ ਇਸ ਘਰ ਤੋਂ ਕੱਢਣ ਦੇ ਚੱਕਰ ਵਿੱਚ ਹਨ, ਤਾਂ ਕਿ ਮੇਰੇ ਜਾਣ ਦੇ ਬਾਅਦ ਉਹ ਆਸਾਨੀ ਨਾਲ ਤੁਹਾਡੇ ਉੱਤੇ ਨਜ਼ਰ ਰੱਖ ਸਕਣ। ਇਸ ਲਈ ਤਾਂ ਉਹ ਮੇਰੇ ਹਰ ਕੰਮ ਵਿੱਚ ਬੇਵਜ੍ਹਾ ਹੀ ਕਮੀਆਂ ਕੱਢਦੇ ਰਹਿੰਦੇ ਆ। ਮੇਰਾ ਤਾਂ ਜੀ ਇਹ ਸਭ ਕੁਝ ਦੇਖ ਕੇ ਘਬਰਾਉਣ ਲੱਗਿਆ। ਨੌਕਰਾਣੀ ਦੀ ਇਹ ਸਾਰੀਆਂ ਗੱਲਾਂ ਸੁਣ ਕੇ ਮੈਨੂੰ ਆਪਣੇ ਜੇਠ 'ਤੇ ਯਕੀਨ ਨਹੀਂ ਆ ਰਿਹਾ ਸੀ ਕਿ ਉਸ ਦੀ ਨੀਅਤ ਇੰਨੀ ਗੰਦੀ ਆ। ਉਹਨਾਂ ਨੇ ਇਹ ਵੀ ਨਹੀਂ ਸੋਚਿਆ ਕਿ ਇਹ ਉਹਨਾਂ ਦੇ ਭਰਾ ਦੀ ਪਤਨੀ ਆ। ਆਖਰ ਉਹ ਅਜਿਹਾ ਕਿਵੇਂ ਕਰ ਸਕਦੇ ਆ। ਹੁਣ ਤਾਂ ਮੈਨੂੰ ਹੋਰ ਵੀ ਜ਼ਿਆਦਾ ਡਰ ਲੱਗਣ ਲੱਗਾ। ਹੁਣ ਮੈਂ ਆਪਣੇ ਕਮਰੇ ਨੂੰ ਲੌਕ ਕਰਕੇ ਸੌਣ ਲੱਗੀ ਅਤੇ ਹੁਣ ਮੇਰੇ ਪੈਰਾਂ ਦੇ ਹੇਠਾਂ ਨਿਸ਼ਾਨ ਵੀ ਨਹੀਂ ਹੁੰਦੇ ਸੀ। ਇਸ ਗੱਲ ਤੋਂ ਮੈਂ ਅੰਦਾਜ਼ਾ ਲਗਾ ਲਿਆ ਸੀ ਕਿ ਇਹ ਮੇਰੇ ਜੇਠ ਹੀ ਹੁੰਦੇ ਆ ਜੋ ਮੇਰੇ ਪੈਰਾਂ 'ਤੇ ਸ਼ਾਹੀ ਦੇ ਨਿਸ਼ਾਨ ਲਗਾ ਕੇ ਦਿੰਦੇ ਆ। ਜਦੋਂ ਮੈਂ ਦਰਵਾਜ਼ੇ ਨੂੰ ਲੌਕ ਕਰਕੇ ਨਹੀਂ ਸੌਂਦੀ ਸੀ ਤਾਂ ਜ਼ਰੂਰ ਮੇਰੇ ਕਮਰੇ ਵਿੱਚ ਮੇਰੇ ਜੇਠ ਹੀ ਆਉਂਦੇ ਹੋਣਗੇ। ਸ਼ਾਇਦ ਕੋਈ ਗਲਤ ਕੰਮ ਵੀ ਕਰਦੇ ਹੋਣ, ਲੇਕਿਨ ਅਜਿਹਾ ਕਿਵੇਂ ਮੁਮਕਿਨ ਸੀ? ਜਦੋਂ ਮੈਂ ਕਮਰਾ ਬੰਦ ਕਰਨਾ ਸ਼ੁਰੂ ਕਰ ਦਿੱਤਾ ਤਾਂ ਮੇਰੇ ਜੇਠ ਮੈਨੂੰ ਘੂਰ ਕੇ ਦੇਖਣ ਲੱਗੇ, ਲੇਕਿਨ ਮੈਂ ਉਹਨਾਂ ਦੀ ਪਰਵਾਹ ਨਹੀਂ ਕੀਤੀ। ਕੁਝ ਦਿਨਾਂ ਬਾਅਦ ਮੇਰੇ ਜੇਠ ਮੇਰੇ ਉੱਤੇ ਚਲਾਉਣ ਲੱਗੇ। ਬੇਵਜ੍ਹਾ ਹੀ ਉਹ ਮੈਨੂੰ ਡਾਂਟ ਰਹੇ ਸੀ। ਕਹਿਣ ਲੱਗੇ, ਤੂੰ ਆਪਣੇ ਕਮਰੇ ਦਾ ਦਰਵਾਜ਼ਾ ਕਿਉਂ ਲਾਕ ਕਰਦੀ ਆ?
ਮੇਰਾ ਭਰਾ ਤਾਂ ਤੇਰੀ ਜ਼ਿੰਮੇਵਾਰੀ ਮੈਨੂੰ ਦੇ ਕੇ ਗਿਆ ਤੇ ਮੈਨੂੰ ਇਸ ਨੌਕਰਾਣੀ ਤੇ ਵੀ ਬਿਲਕੁਲ ਭਰੋਸਾ ਨਹੀਂ। ਇਸ ਲਈ ਮੈਂ ਖੁਦ ਰਾਤ ਨੂੰ ਬਾਰ-ਬਾਰ ਆ ਕੇ ਤੇਰੇ ਕਮਰੇ ਵਿੱਚ ਝਾਕਦਾ ਰਹਿਣਾ ਕਿ ਕਿਤੇ ਇਹ ਕੋਈ ਕੀਮਤੀ ਚੀਜ਼ ਚੁੱਕ ਕੇ ਤਾਂ ਨਹੀਂ ਭੱਜ ਗਈ। ਆਪਣੇ ਜੇਠ ਦੀ ਕਿਸੇ ਵੀ ਗੱਲ ਤੇ ਮੈਨੂੰ ਯਕੀਨ ਨਹੀਂ ਆ ਰਿਹਾ ਸੀ, ਬਲਕਿ ਉਹ ਜਿਸ ਤਰ੍ਹਾਂ ਨਾਲ ਮੈਨੂੰ ਡਾਂਟ ਰਹੇ ਸੀ, ਮੈਨੂੰ ਉਹਨਾਂ ਦਾ ਇਹ ਅੰਦਾਜ਼ ਵੀ ਬਿਲਕੁਲ ਪਸੰਦ ਨਹੀਂ ਆਇਆ। ਮੈਂ ਆਪਣੇ ਪਤੀ ਨੂੰ ਕਹਿ ਦਿੱਤਾ ਕਿ ਜਲਦ ਤੋਂ ਜਲਦ ਮੈਨੂੰ ਆਪਣੇ ਕੋਲ ਲੈ ਜਾਓ। ਜੋ ਗੱਲ ਮੈਨੂੰ ਮੇਰੇ ਪਤੀ ਨੇ ਦੱਸੀ, ਇਹ ਸੁਣ ਕੇ ਤਾਂ ਮੈਨੂੰ ਰੋਣ ਆਉਣ ਲੱਗਾ। ਉਹ ਕਹਿਣ ਲੱਗੇ ਕਿ ਭਰਾ ਨੇ ਤੈਨੂੰ ਇੱਥੇ ਬੁਲਾਉਣ ਤੇ ਸਖਤ ਮਨਾ ਕਰ ਦਿੱਤਾ। ਉਹ ਕਹਿੰਦੇ ਆ ਕਿ ਇਹ ਕਦੇ ਵੀ ਇੱਥੋਂ ਬਾਹਰ ਨਹੀਂ ਜਾਵੇਗੀ। ਮੈਂ ਇਹ ਸੁਣ ਕੇ ਰੋਣ ਲੱਗੀ। ਮੈਂ ਆਪਣੇ ਪਤੀ ਨੂੰ ਕਿਹਾ, ਫਿਰ ਤੁਹਾਡੇ ਭਰਾ ਮੈਨੂੰ ਇਸ ਘਰ ਵਿੱਚ ਕਿਉਂ ਰੋਕਣਾ ਚਾਹੁੰਦੇ ਆ? ਮੈਂ ਉਹਨਾਂ ਨੂੰ ਧਮਕੀ ਦੇ ਦਿੱਤੀ, ਜਾਂ ਤਾਂ ਤੁਸੀਂ ਮੈਨੂੰ ਆਪਣੇ ਕੋਲ ਬੁਲਾ ਲਵੋ ਜਾਂ ਫਿਰ ਤੁਸੀਂ ਸ਼ਹਿਰ ਵਿੱਚ ਹੀ ਕੰਮ ਕਰਨਾ ਛੱਡ ਕੇ ਵਾਪਸ ਪਿੰਡ ਆ ਜਾਓ ਅਤੇ ਕੋਈ ਕੰਮ ਦੇਖ ਲਵੋ। ਮੈਂ ਇੱਥੇ ਇਕੱਲੀ ਨਹੀਂ ਰਹਿਣਾ। ਮੇਰੇ ਪਤੀ ਕਹਿਣ ਲੱਗੇ, ਬਸ 6 ਮਹੀਨੇ ਦੀ ਗੱਲ ਆ, ਮੈਂ ਵਾਪਸ ਆ ਜਾਊਂਗਾ। ਤੂੰ ਬਸ 6 ਮਹੀਨੇ ਹੋਰ ਜਿਵੇਂ ਤਿਵੇਂ ਕਰਕੇ ਘਰ ਵਿੱਚ ਕੱਟ ਲਾ। ਮੈਂ ਇਸ ਗੱਲ ਤੇ ਨਹੀਂ ਮੰਨ ਰਹੀ ਸੀ, ਲੇਕਿਨ ਮੇਰੇ ਪਤੀ ਆਪਣੀਆਂ ਮਜਬੂਰੀਆਂ ਦੱਸਣ ਲੱਗੇ ਕਿ 6 ਮਹੀਨੇ ਬਾਅਦ ਉਸ ਦਾ ਪ੍ਰਮੋਸ਼ਨ ਹੋ ਜਾਵੇਗਾ ਤੇ ਉਸ ਨੂੰ ਚੰਗੇ ਖਾਸੇ ਪੈਸੇ ਮਿਲਣ ਵਾਲੇ ਆ। ਜੇ ਉਹ ਛੱਡ ਕੇ ਘਰ ਆ ਗਿਆ ਤਾਂ ਉਸ ਦਾ ਨੁਕਸਾਨ ਹੋ ਜਾਵੇਗਾ। ਇੰਨਾ ਟਾਈਮ ਤੋਂ ਨੌਕਰੀ ਕਰ ਰਿਹਾ, ਜਦ ਕਿ ਫਲ ਹੁਣ ਮਿਲਣ ਵਾਲਾ ਸੀ, ਤਾਂ ਤੂੰ ਮੈਨੂੰ ਬੁਲਾਉਣ ਦੀ ਜਿੱਦ ਕਰਨ ਲੱਗੀ। ਮੈਂ ਆਪਣੇ ਪਤੀ ਦੀ ਮਜਬੂਰੀ ਮੰਨਦੀ ਸੀ। ਇਸ ਘਰ ਵਿੱਚ ਰਹਿ ਕੇ ਇੰਨੀਆਂ ਸਾਰੀਆਂ ਪਰੇਸ਼ਾਨੀਆਂ ਝੱਲਦੀ ਸੀ। ਮੇਰੀ ਕੁਝ ਸਮਝ ਵਿੱਚ ਨਹੀਂ ਆ ਰਿਹਾ ਸੀ ਮੈਂ ਕੀ ਕਰਾਂ। ਮੈਨੂੰ ਆਪਣੇ ਜੇਠ ਤੋਂ ਬਹੁਤ ਜ਼ਿਆਦਾ ਚਿੜ ਹੋਣ ਲੱਗੀ, ਨਾ ਜਾਣੇ ਕਿਉਂ। ਉਹ ਕੀ ਚਾਹੁੰਦੇ ਸੀ? ਮੈਂ ਆਪਣੀ ਮਰਜ਼ੀ ਨਾਲ ਇਸ ਘਰ ਵਿੱਚ ਸਾਹ ਵੀ ਨਹੀਂ ਲੈ ਸਕਦੀ ਸੀ। ਰਾਤ ਨੂੰ ਆਪਣੇ ਕਮਰੇ ਵਿੱਚ ਲੌਕ ਲਗਾ ਕੇ ਸੌਂਦੀ ਤਾਂ ਉਹ ਚਲਾਉਣ ਲੱਗਦੇ। ਆਪਣੇ ਸਾਰੇ ਕੰਮ ਵੀ ਉਹ ਨੌਕਰਾਣੀ ਤੋਂ ਕਰਵਾਉਣ ਦੀ ਬਜਾਏ ਮੈਨੂੰ ਹੀ ਸੌਂਪ ਦਿੱਤੇ ਸੀ। ਜਿਸ ਤਕਲੀਫ ਵਿੱਚ ਮੈਂ ਗੁਜ਼ਰ ਰਹੀ ਸੀ ਉਹ ਮੈਂ ਹੀ ਜਾਣਦੀ ਸੀ। ਹੁਣ ਤਾਂ ਹਰ ਗੱਲ ਤੇ ਉਹ ਮੈਨੂੰ ਟੋਕਣ ਲੱਗੇ। ਮੈਨੂੰ ਘਰ ਵਿੱਚ ਆਪਣੇ ਜੇਠ ਦੀ ਮੌਜੂਦਗੀ ਬਹੁਤ ਹੀ ਬੁਰੀ ਲੱਗਣ ਲੱਗੀ। ਕਦੇ-ਕਦੇ ਮੇਰੇ ਦਿਲ ਵਿੱਚ ਵੀ ਇਹੀ ਖਿਆਲ ਆਉਂਦਾ ਕਿ ਮੈਂ ਆਪਣੇ ਪਤੀ ਨੂੰ ਕਹਾਂ ਕਿ ਤੁਹਾਡੇ ਭਾਈ ਦਾ ਦੂਜਾ ਵਿਆਹ ਕਰਵਾ ਦਿਓ, ਸ਼ਾਇਦ ਦੂਜੀ ਪਤਨੀ ਆਉਣ ਨਾਲ ਉਹਨਾਂ ਦਾ ਦਿਮਾਗ ਠੀਕ ਹੋ ਜਾਵੇਗਾ। ਲੇਕਿਨ ਫਿਰ ਮੈਂ ਇਹੀ ਸੋਚਦੀ ਕਿ ਮੇਰੇ ਪਤੀ ਮੈਨੂੰ ਇਹ ਗੱਲ ਤੇ ਡਾਂਟ ਨਾ ਦੇਣ। ਤੂੰ ਉਹਨਾਂ ਦੇ ਭਰਾ ਬਾਰੇ ਕਿਹੋ ਜਿਹੀਆਂ ਗੱਲਾਂ ਕਰ ਰਹੀ ਆ। ਮੈਂ ਕਿਸੇ ਟਾਈਮ ਤੇ ਆਪਣੇ ਕਮਰੇ ਵਿੱਚ ਆਰਾਮ ਕਰਨ ਵੀ ਚਲੀ ਜਾਂਦੀ ਤਾਂ ਉਹ ਹੰਗਾਮਾ ਮਚਾ ਦਿੰਦੇ। ਤੈਨੂੰ ਮੇਰੀ ਕੋਈ ਫਿਕਰ ਨਹੀਂ, ਤੈਨੂੰ ਮੇਰੀ ਕੋਈ ਪਰਵਾਹ ਨਹੀਂ। ਮੈਨੂੰ ਖਾਣਾ ਦੇ ਕੇ ਤੂੰ ਸਮਝਦੀ ਆ ਕਿ ਤੇਰੀ ਜ਼ਿੰਮੇਵਾਰੀ ਪੂਰੀ ਹੋ ਗਈ। ਮੈਂ ਆਪਣੇ ਭਾਈ ਨੂੰ ਤੇਰੀ ਸ਼ਿਕਾਇਤ ਜ਼ਰੂਰ ਕਰੂੰਗਾ। ਮੈਂ ਉਸ ਦੀ ਰੋਜ਼-ਰੋਜ਼ ਦੀ ਇਸ ਬਹਿਸ ਤੋਂ ਅੱਕ ਗਈ ਸੀ। ਮੈਂ ਕਿਹਾ ਕਿ ਤੁਸੀਂ ਦੱਸੋ, ਤੁਹਾਨੂੰ ਮੇਰੇ ਨਾਲ ਹੋਰ ਕੀ ਕੰਮ ਆ? ਮੈਂ ਤੁਹਾਡਾ ਕਮਰਾ ਵੀ ਖੁਦ ਸਾਫ਼ ਕਰਨ ਲੱਗੀ ਆ, ਤੁਹਾਡੇ ਸਾਰੇ ਕੰਮ ਮੈਂ ਖੁਦ ਕਰਦੀ ਆ, ਖਾਣਾ ਚਾਹ ਸਭ ਕੁਝ ਤੁਹਾਨੂੰ ਟਾਈਮ ਤੇ ਦੇ ਜਾਂਦੀ ਆ। ਇਸ ਤੋਂ ਇਲਾਵਾ ਮੇਰੀ ਹੋਰ ਕੀ ਜ਼ਿੰਮੇਵਾਰੀ ਆ? ਮੇਰੇ ਜੇਠ ਕਹਿਣ ਲੱਗੇ ਕਿ ਤੂੰ ਮੇਰੇ ਕੋਲ ਬੈਠ ਤੇ ਮੇਰੇ ਨਾਲ ਗੱਲਾਂ ਨਹੀਂ ਕਰਦੀ, ਮੈਨੂੰ ਟਾਈਮ ਨਹੀਂ ਦਿੰਦੀ। ਆਖਿਰ ਮੈਂ ਉਹਦੇ ਛੋਟੇ ਭਰਾ ਦੀ ਪਤਨੀ ਹੋ ਕੇ ਉਸ ਨਾਲ ਕੀ ਗੱਲਾਂ ਕਰਦੀ ਤੇ ਉਹਨਾਂ ਨੂੰ ਕਿਸ ਤਰ੍ਹਾਂ ਨਾਲ ਟਾਈਮ ਦਿੰਦੀ। ਇਹ ਕੰਮ ਮੇਰੇ ਲਈ ਬੇਹੱਦ ਮੁਸ਼ਕਲ ਸੀ। ਮੈਂ ਬੈਠ ਕੇ ਉਹਨਾਂ ਦੇ ਨਾਲ ਗੱਲਾਂ ਕਰਾਂ, ਭਲਾ ਮੈਂ ਉਹਨਾਂ ਨਾਲ ਕੀ ਗੱਲਾਂ ਕਰ ਸਕਦੀ ਸੀ? ਖੁਦ ਹੀ ਸੋਚਣਾ ਚਾਹੀਦਾ ਸੀ। ਨਾ ਹੀ ਤਾਂ ਉਹਨਾਂ ਦਾ ਕੋਈ ਦੋਸਤ ਸੀ, ਨਾ ਹੀ ਉਹ ਘਰ ਤੋਂ ਬਾਹਰ ਆਉਂਦੇ ਜਾਂਦੇ ਸੀ, ਜਾਂ ਫਿਰ ਉਹਨਾਂ ਦਾ ਕੋਈ ਦੋਸਤ ਆਉਂਦਾ ਜਾਂਦਾ ਸੀ, ਨਾ ਹੀ ਕੋਈ ਆਂਢੀ ਗੁਆਂਢੀ ਆਉਂਦਾ ਸੀ ਤੇ ਨਾ ਹੀ ਉਹਨਾਂ ਦਾ ਕੋਈ ਰਿਸ਼ਤੇਦਾਰ ਆਉਂਦਾ ਸੀ। ਪਿੰਡ ਵਿੱਚ ਵੀ ਉਹਨਾਂ ਦੇ ਕੜਕ ਵਿਵਹਾਰ ਦੇ ਚਰਚੇ ਆਮ ਸੀ। ਲੋਕ ਉਹਨਾਂ ਨਾਲ ਗੱਲ ਕਰਨ ਤੋਂ ਪਹਿਲਾਂ ਡਰ ਜਾਂਦੇ ਸੀ, ਫਿਰ ਘਬਰਾ ਜਾਂਦੇ ਸੀ। ਇਸ ਵਾਰ ਮੈਂ ਉਹਨਾਂ ਦੀ ਗੱਲ ਤੇ ਸਾਫ਼ ਇਨਕਾਰ ਕਰ ਦਿੱਤਾ। ਮੈਂ ਕਿਹਾ, ਤੁਹਾਨੂੰ ਮੇਰੀ ਸ਼ਿਕਾਇਤ ਮੇਰੇ ਪਤੀ ਨੂੰ ਲਵਾਉਣੀ ਆ ਨਾ, ਤਾਂ ਤੁਸੀਂ ਬੜੇ ਸ਼ੌਂਕ ਨਾਲ ਮੇਰੀ ਸ਼ਿਕਾਇਤ ਲਗਾ ਸਕਦੇ ਹੋ, ਲੇਕਿਨ ਮੈਂ ਤੁਹਾਡੇ ਨਾਲ ਬੈਠ ਕੇ ਗੱਲ ਨਹੀਂ ਕਰ ਸਕਦੀ। ਇਸ ਘਰ ਦੀ ਬਹੂ ਹੋਣ ਦੇ ਨਾਤੇ ਮੈਂ ਜੋ ਕਰ ਸਕਦੀ ਹਾਂ ਉਹ ਕਰ ਰਹੀ ਹਾਂ। ਮੈਂ ਆਪਣੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਿਭਾ ਰਹੀ ਹਾਂ। ਇਸ ਤੋਂ ਜ਼ਿਆਦਾ ਦੀ ਉਮੀਦ ਮੇਰੇ ਤੋਂ ਨਾ ਰੱਖੋ, ਬਿਹਤਰ ਹੋਵੇਗਾ। ਮੇਰੀ ਗੱਲ ਸੁਣ ਕੇ ਗੁੱਸੇ ਵਿੱਚ ਭੜਕ ਉੱਠੇ, ਲੇਕਿਨ ਮੈਨੂੰ ਕੁਝ ਨਹੀਂ ਬੋਲੇ। ਆਪਣੇ ਕਮਰੇ ਦੇ ਵਿੱਚ ਵਾਪਸ ਚਲੇ ਗਏ ਤੇ ਕਮਰੇ ਦੇ ਦਰਵਾਜ਼ੇ ਨੂੰ ਅੰਦਰ ਤੋਂ ਬੰਦ ਕਰ ਲਿਆ। ਨੌਕਰਾਣੀ ਵੀ ਉੱਥੇ ਹੀ ਖੜੀ ਹੋਈ ਸੀ, ਸਾਡੀਆਂ ਗੱਲਾਂ ਸੁਣ ਰਹੀ ਸੀ। ਉਹ ਕਹਿਣ ਲੱਗੀ, ਭਾਬੀ ਤੁਸੀਂ ਉਸ ਦੇ ਨਾਲ ਬਿਲਕੁਲ ਠੀਕ ਕੀਤਾ। ਭਲਾ ਤੁਸੀਂ ਕੋਈ ਸਾਹਿਬ ਦੀ ਪਤਨੀ ਥੋੜੀ ਹੋ ਜੋ ਘੰਟਾ ਉਹਨਾਂ ਨਾਲ ਗੱਲਾਂ ਕਰੋ। ਮੈਂ ਸੋਚਿਆ ਕਿ ਚੰਗਾ ਹੋਇਆ ਮੇਰੇ ਜੇਠ ਮੇਰੇ ਨਾਲ ਨਾਰਾਜ਼ ਹੋ ਗਏ। ਘੱਟ ਤੋਂ ਘੱਟ ਹੁਣ ਉਹ ਮੈਨੂੰ ਪਰੇਸ਼ਾਨ ਤਾਂ ਨਹੀਂ ਕਰਨਗੇ। ਉਸੇ ਰਾਤ ਜਦੋਂ ਅਸੀਂ ਸੌਂ ਰਹੀਆਂ ਸੀ ਤਾਂ ਰਾਤ ਨੂੰ ਜੋ ਮੇਰੇ ਨਾਲ ਹੋਇਆ, ਮੈਂ ਬਹੁਤ ਜ਼ਿਆਦਾ ਡਰ ਗਈ। ਸਵੇਰੇ ਜਦੋਂ ਮੇਰੀ ਅੱਖ ਖੁੱਲੀ ਤਾਂ ਮੈਂ ਆਪਣੇ ਪੈਰਾਂ ਤੇ ਦੇਖਿਆ ਮੇਰੇ ਕਾਲੇ ਰੰਗ ਦੇ ਨਿਸ਼ਾਨ ਲੱਗੇ ਹੋਏ ਸੀ। ਨੌਕਰਾਣੀ ਹੁਣ ਵੀ ਸੁੱਤੀ ਪਈ ਸੀ। ਮੈਂ ਉਸ ਨੂੰ ਦੱਸਿਆ ਤੇ ਕਹਿਣ ਲੱਗੀ, ਭਾਬੀ ਮੇਰਾ ਸਿਰ ਦਰਦ ਹੋ ਰਿਹਾ ਸੀ ਤੇ ਸਿਰ ਵਿੱਚ ਭਾਰੀਪਣ ਹੋ ਰਿਹਾ ਸੀ। ਮੈਨੂੰ ਨੀਂਦ ਬਹੁਤ ਤੇਜ਼ ਆ ਰਹੀ ਆ। ਰਾਤ ਵੀ ਮੈਨੂੰ ਹੋਸ਼ ਨਹੀਂ ਰਿਹਾ, ਮੈਂ ਕਿੱਥੇ ਸੁੱਤੀ ਆ ਤੇ ਕਿੱਥੇ ਨਹੀਂ। ਫਿਰ ਕਹਿਣ ਲੱਗੀ, ਹਾਂ ਭਾਬੀ ਮੈਨੂੰ ਯਾਦ ਆਇਆ, ਰਾਤ ਨੂੰ ਮੇਰੇ ਸਿਰ ਵਿੱਚ ਹਲਕਾ ਜਿਹਾ ਦਰਦ ਹੋ ਰਿਹਾ ਸੀ। ਸਾਹਿਬ ਨੇ ਮੈਨੂੰ ਇੱਕ ਸਿਰ ਦਰਦ ਦੀ ਗੋਲੀ ਦਿੱਤੀ ਸੀ। ਕਹਿਣ ਲੱਗੇ, ਇਹ ਖਾ ਲਾ, ਠੀਕ ਹੋ ਜਾਵੇਗਾ ਤੇਰਾ ਸਿਰ ਦਾ ਦਰਦ। ਲੇਕਿਨ ਨਾ ਜਾਣੇ ਉਹ ਗੋਲੀ ਖਾਂਦੇ ਹੀ ਮੈਨੂੰ ਕਦੋਂ ਤੇਜ਼ ਨੀਂਦ ਆ ਗਈ, ਮੈਨੂੰ ਆਪਣਾ ਹੋਸ਼ ਵੀ ਨਹੀਂ ਰਿਹਾ। ਨੌਕਰਾਣੀ ਦੀ ਇਹ ਗੱਲ ਤੇ ਮੈਂ ਸੋਚਣ ਲੱਗੀ,
ਇਸ ਨੇ ਤਾਂ ਗੋਲੀ ਖਾਧੀ ਸੀ, ਮੈਂ ਤਾਂ ਕੁਝ ਵੀ ਨਹੀਂ ਖਾਧਾ। ਫਿਰ ਮੈਨੂੰ ਕੁਝ ਯਾਦ ਕਿਉਂ ਨਹੀਂ ਆਉਂਦਾ? ਆਖਿਰ ਕਿਉਂ ਮੇਰੇ ਪੈਰਾਂ 'ਤੇ ਇਹ ਨਿਸ਼ਾਨ ਹੁੰਦੇ ਆ? ਹੁਣ ਮੈਂ ਸੋਚ ਲਿਆ ਕਿ ਹੁਣ ਮੈਂ ਚੁੱਪ ਨਹੀਂ ਰਹੂੰਗੀ। ਬਸ ਹੁਣ ਮੇਰੇ ਜੇਠ ਦੀਆਂ ਹਰਕਤਾਂ ਬਹੁਤ ਹੋ ਚੁੱਕੀਆਂ। ਮੈਂ ਅਗਲੀ ਰਾਤ ਨੌਕਰਾਣੀ ਨੂੰ ਨੀਂਦ ਦੀ ਗੋਲੀ ਖਵਾਉਣ ਦਾ ਬਹਾਨਾ ਕੀਤਾ ਤੇ ਆਪਣੇ ਬੈੱਡ 'ਤੇ ਸੁਆ ਦਿੱਤਾ, ਤਾਂ ਕਿ ਮੇਰੇ ਜੇਠ ਨੂੰ ਇਹ ਲੱਗੇ ਕਿ ਨੌਕਰਾਣੀ ਸੁੱਤੀ ਹੋਈ ਆ, ਅਤੇ ਮੈਂ ਖੁਦ ਲੁਕ ਗਈ। ਨੌਕਰਾਣੀ ਨੂੰ ਮੈਂ ਪਹਿਲਾਂ ਹੀ ਸਭ ਕੁਝ ਦੱਸ ਚੁੱਕੀ ਸੀ। ਉਹ ਇਹ ਸਭ ਜਾਣਨ ਦੀ ਵਜ੍ਹਾ ਨਾਲ ਮੇਰੀ ਮਦਦ ਕਰਨ ਦੇ ਲਈ ਤਿਆਰ ਹੋ ਗਈ। ਮੈਂ ਸੋਫੇ ਦੇ ਪਿੱਛੇ ਲੁਕ ਗਈ। ਮੈਂ ਕਮਰੇ ਨੂੰ ਲੌਕ ਵੀ ਨਹੀਂ ਲਗਾਇਆ ਤੇ ਦਰਵਾਜ਼ੇ ਨੂੰ ਇਸ ਤਰ੍ਹਾਂ ਬੰਦ ਕਰ ਦਿੱਤਾ। ਜਦੋਂ ਰਾਤ ਦੇ 1:30 ਵਜੇ ਜੇਠ ਕਮਰੇ ਦੇ ਅੰਦਰ ਆਏ ਤਾਂ ਮੇਰੇ ਬੈੱਡ ਦੇ ਵੱਲ ਜਾਣ ਲੱਗੇ। ਮੈਂ ਲੁਕ ਕੇ ਉਹਨਾਂ ਨੂੰ ਦੇਖ ਰਹੀ ਸੀ। ਸ਼ਾਇਦ ਉਹ ਬੈੱਡ 'ਤੇ ਮੈਨੂੰ ਸੁੱਤੇ ਹੋਏ ਸਮਝ ਰਹੇ ਸੀ, ਲੇਕਿਨ ਬੈੱਡ 'ਤੇ ਤਾਂ ਨੌਕਰਾਣੀ ਸੁੱਤੀ ਹੋਈ ਸੀ। ਮੈਂ ਲੁਕ ਕੇ ਉਹਨਾਂ ਨੂੰ ਦੇਖ ਰਹੀ ਸੀ। ਇਹ ਗੱਲ ਉਹਨਾਂ ਨੂੰ ਪਤਾ ਨਹੀਂ ਸੀ। ਜਿਵੇਂ ਹੀ ਉਹ ਬੈੱਡ ਦੇ ਵੱਲ ਗਏ ਤਾਂ ਮੈਂ ਲਾਈਟ ਜਗਾ ਦਿੱਤੀ। ਮੇਰੇ ਜੇਠ ਬੈੱਡ ਦੇ ਪਿੱਛੇ ਹਟ ਗਏ। ਮੈਂ ਉਸ ਨੂੰ ਦੇਖ ਕੇ ਹੈਰਾਨ ਰਹਿ ਗਈ। ਮੈਂ ਉਹਨਾਂ ਨੂੰ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੱਤਾ, ਤੁਹਾਨੂੰ ਸ਼ਰਮ ਨਹੀਂ ਆਉਂਦੀ? ਇਹ ਤੁਸੀਂ ਕੀ ਕਰ ਰਹੇ ਹੋ? ਮੈਂ ਹੁਣੇ ਹੀ ਤੁਹਾਡੇ ਭਰਾ ਨੂੰ ਫੋਨ ਲਾ ਕੇ ਦੱਸਦੀ ਹਾਂ ਤੁਹਾਡੀਆਂ ਕਰਤੂਤਾਂ। ਤਾਂ ਉਹ ਮੇਰੇ ਅੱਗੇ ਹੱਥ ਜੋੜਨ ਲੱਗਿਆ ਤੇ ਕਹਿਣ ਲੱਗਿਆ, ਮੈਨੂੰ ਮਾਫ਼ ਕਰ ਦੇ, ਮੇਰੇ ਭਰਾ ਨੂੰ ਕੁਝ ਨਾ ਦੱਸੀ। ਮੈਂ ਤੈਨੂੰ ਸਾਰੀ ਸੱਚਾਈ ਦੱਸਦਾ ਕਿ ਕੀ ਹੋਇਆ। ਮੈਨੂੰ ਕਿਸੇ ਪੰਡਤ ਨੇ ਦੱਸਿਆ ਸੀ ਕਿ ਤੁਹਾਡੇ ਘਰ ਵਿੱਚ ਔਰਤਾਂ ਜਿਉਂਦੀਆਂ ਨਹੀਂ ਰਹਿ ਸਕਦੀਆਂ। ਤੁਹਾਡੇ ਘਰ ਦੀਆਂ ਔਰਤਾਂ ਨੂੰ ਛੋਟੀ ਉਮਰੇ ਹੀ ਕੁਝ ਨਾ ਕੁਝ ਹੋ ਜਾਵੇਗਾ ਤੇ ਇਹ ਇਸ ਦਿਨ ਤੋਂ ਚਲੀਆਂ ਜਾਣ, ਇਸ ਦੁਨੀਆ ਤੋਂ ਚਲੀਆਂ ਜਾਣਗੀਆਂ। ਪਹਿਲਾਂ ਮੈਂ ਆਪਣੀ ਮਾਂ ਗਵਾ ਚੁੱਕਿਆ ਤੇ ਉਸ ਤੋਂ ਬਾਅਦ ਮੈਂ ਆਪਣੀ ਪਤਨੀ। ਮੈਂ ਨਹੀਂ ਚਾਹੁੰਦਾ ਕਿ ਹੁਣ ਤੂੰ ਵੀ ਸਾਨੂੰ ਛੱਡ ਕੇ ਚਲੀ ਜਾਵੇਂ। ਮੈਂ ਇੱਕ ਪੰਡਤ ਦੇ ਦੱਸਣ ਦੇ ਅਨੁਸਾਰ ਇਹ ਉਪਾਅ ਕੀਤਾ। ਉਸਨੇ ਕਿਹਾ ਕਿ ਰਾਤ ਨੂੰ ਤੇਰੇ ਪੈਰਾਂ 'ਤੇ ਕਾਲੀ ਸ਼ਾਹੀ ਨਾਲ ਨਿਸ਼ਾਨ ਲਗਾਏ ਜਾਣ। ਇਸ ਨਾਲ ਤੁਹਾਡੇ ਘਰ ਦੀਆਂ ਔਰਤਾਂ ਦੇ ਉੱਪਰ ਜੋ ਵੀ ਗ੍ਰਹਿ ਆਇਆ ਉਹ ਟਲ ਜਾਵੇਗਾ। ਇਸ ਕਰਕੇ ਮੈਂ ਉਸਦੇ ਦੱਸੇ ਅਨੁਸਾਰ ਹਰ ਰੋਜ਼ ਤੇਰੇ ਪੈਰਾਂ ਦੇ ਉੱਪਰ ਇਹ ਕਾਲੇ ਰੰਗ ਦੇ ਨਿਸ਼ਾਨ ਲਗਾ ਕੇ ਜਾਂਦਾ। ਦੱਸਣ ਨੂੰ ਤਾਂ ਇਹ ਮੈਂ ਤੈਨੂੰ ਦੱਸ ਵੀ ਸਕਦਾ ਸੀ, ਪਰ ਹੋ ਸਕਦਾ ਤੂੰ ਮੇਰੇ ਗੱਲ ਦਾ ਨਾ ਮੰਨਦੀ। ਇਸ ਕਰਕੇ ਮੈਂ ਇਹ ਉਪਾਅ ਸਭ ਤੋਂ ਚੋਰੀ ਕੀਤਾ। ਮੈਂ ਚਾਹੁੰਦਾ ਕਿ ਤੂੰ ਹਮੇਸ਼ਾ ਸਾਡੇ ਵਿੱਚ ਰਵੇਂ, ਤੇਰੇ ਉੱਪਰ ਕੋਈ ਵੀ ਆਫਤ ਨਾ ਆਵੇ। ਮੈਂ ਤੈਨੂੰ ਆਪਣੀਆਂ ਬੇਟੀਆਂ ਦੀ ਤਰ੍ਹਾਂ ਪਿਆਰ ਕਰਦਾ। ਮੈਂ ਚਾਹੁੰਦਾ ਕਿ ਤੂੰ ਮੇਰੇ ਨਾਲ ਗੱਲ ਕਰੇ। ਇਸ ਨਾਲ ਮੇਰਾ ਮਨ ਹਲਕਾ ਹੋ ਜਾਵੇ, ਕਿਉਂਕਿ ਮੈਂ ਭਰਿਆ ਬੈਠਾ। ਬਾਹਰ ਮੈਂ ਕਿਸੇ ਨਾਲ ਗੱਲ ਨਹੀਂ ਕਰ ਸਕਦਾ। ਭਰਾ ਮੇਰਾ ਸ਼ਹਿਰ 'ਚ ਰਹਿੰਦਾ। ਇੱਕ ਤੂੰ ਹੀ ਆ ਜੋ ਮੇਰਾ ਸਹਾਰਾ ਤੇ ਮੇਰੇ ਨਾਲ ਖੁੱਲ੍ਹ ਕੇ ਗੱਲ ਕਰ ਸਕਦੀ ਆ। ਪਰ ਤੂੰ ਆ ਕੇ ਪਤਾ ਨਹੀਂ ਕੀ ਸਮਝਦੀ ਰਹਿੰਦੀ ਆ, ਕਿਸ ਨਜ਼ਰ ਨਾਲ ਮੈਨੂੰ ਦੇਖਦੀ ਆ। ਮੈਨੂੰ ਹੋਰ ਕੁਝ ਨਹੀਂ ਚਾਹੀਦਾ, ਬਸ ਮੈਂ ਚਾਹੁੰਦਾ ਕਿ ਤੂੰ ਸਹੀ ਸਲਾਮਤ ਸਾਡੇ ਵਿੱਚ ਰਵੇਂ। ਇਸ ਕਰਕੇ ਮੈਂ ਤੈਨੂੰ ਬਾਹਰ ਨਹੀਂ ਭੇਜਦਾ। ਮੈਨੂੰ ਡਰ ਆ ਕਿ ਕਿਤੇ ਤੈਨੂੰ ਕੁਝ ਹੋ ਨਾ ਜਾਵੇ। ਮੈਂ ਚਾਹੁੰਦਾ ਕਿ ਤੂੰ ਘਰ ਵਿੱਚ ਆਜ਼ਾਦੀ ਨਾਲ ਰਵੇਂ, ਤੈਨੂੰ ਕੋਈ ਤਕਲੀਫ ਨਾ ਹੋਵੇ। ਪਰ ਮੈਨੂੰ ਇਹ ਨੌਕਰਾਣੀ ਸਹੀ ਨਹੀਂ ਲੱਗਦੀ। ਮੈਨੂੰ ਹਮੇਸ਼ਾ ਡਰ ਬਣਿਆ ਰਹਿੰਦਾ ਕਦੇ ਇਹ ਤੇਰੇ ਨਾਲ ਕੁਝ ਗਲਤ ਨਾ ਕਰ ਦੇਵੇ। ਮੈਨੂੰ ਆਪਣੇ ਜੇਠ ਦੀਆਂ ਗੱਲਾਂ 'ਤੇ ਯਕੀਨ ਤਾਂ ਨਹੀਂ ਆ ਰਿਹਾ ਸੀ, ਪਰ ਫਿਰ ਮੈਂ ਸੋਚਿਆ ਕਿ ਹੋ ਸਕਦਾ ਇਹਨਾਂ ਦਾ ਇਕੱਲਾਪਣ ਕਰਕੇ ਇਹ ਇਸ ਤਰ੍ਹਾਂ ਕਰਦੇ ਹੋਣ। ਮੈਂ ਉਹਨਾਂ ਨੂੰ ਕਿਹਾ, ਮੈਂ ਤੁਹਾਨੂੰ ਉੱਚੀ ਬੋਲੀ, ਮੈਨੂੰ ਮਾਫ਼ ਕਰ ਦਿਓ। ਅਗਲੇ ਦਿਨ ਮੈਂ ਉਹਨਾਂ ਨਾਲ ਨਾਰਮਲ ਬਿਹੇਵ ਕਰਨ ਲੱਗੀ। ਹੌਲੀ ਹੌਲੀ ਮੈਂ ਉਹਨਾਂ ਨਾਲ ਖੁੱਲ੍ਹਦੀ ਗਈ ਤੇ ਆਪਣੀ ਹਰ ਇੱਕ ਗੱਲ ਸ਼ੇਅਰ ਕਰਦੀ ਗਈ ਤੇ ਉਹ ਵੀ ਮੈਨੂੰ ਆਪਣੀ ਹਰ ਇੱਕ ਗੱਲ ਦੱਸਣ ਲੱਗੇ ਤੇ ਸਾਡੇ ਘਰ ਦਾ ਮਾਹੌਲ ਬਹੁਤ ਵਧੀਆ ਹੋ ਗਿਆ। ਹੁਣ ਮੈਂ ਆਪਣੇ ਮਨ ਵਿੱਚ ਸੋਚਦੀ ਹਾਂ ਕਿ ਜਿਸ ਦਿਨ ਮੈਨੂੰ ਇਸ ਤਰ੍ਹਾਂ ਗਲਤ ਲੱਗਿਆ ਸੀ, ਜੇ ਮੈਂ ਉਸੇ ਦਿਨ ਹੀ ਉਹਨਾਂ ਤੋਂ ਇਸ ਬਾਰੇ ਪੁੱਛ ਲੈਂਦੀ ਤਾਂ ਇੰਨੀ ਵੱਡੀ ਗਲਤਫਹਿਮੀ ਮੈਨੂੰ ਨਹੀਂ ਹੋਣੀ ਸੀ। ਮੈਂ ਕੀ ਸੋਚ ਰਹੀ ਸੀ ਤੇ ਕੀ ਨਿਕਲਿਆ। ਜ਼ਰੂਰੀ ਨਹੀਂ ਹੁੰਦਾ ਕਿ ਹਰ ਇਨਸਾਨ ਤੁਹਾਨੂੰ ਗਲਤ ਨਜ਼ਰ ਨਾਲ ਹੀ ਦੇਖਦਾ ਹੋਵੇ। ਦੋਸਤੋ, ਮੈਂ ਤਾਂ ਤੁਹਾਨੂੰ ਇਹੀ ਕਹਿਣਾ ਚਾਹਾਂਗੀ ਕਿ ਕਦੇ ਵੀ ਆਪਣੇ ਮਨ ਵਿੱਚ ਕੁਝ ਵੀ ਗੱਲ ਆਉਂਦੀ ਆ ਤਾਂ ਸਾਹਮਣੇ ਵਾਲੇ ਨਾਲ ਉਸੇ ਵਕਤ ਹੀ ਸ਼ੇਅਰ ਕਰ ਲੈਣੀ ਚਾਹੀਦੀ ਆ, ਤਾਂ ਕਿ ਕੋਈ ਵੀ ਗਲਤਫਹਿਮੀ, ਕੋਈ ਵੀ ਸਵਾਲ ਜਵਾਬ ਆਪਣੇ ਮਨ ਵਿੱਚ ਨਾ ਰਹਿ ਜਾਵੇ, ਜਿਸ ਨਾਲ ਅੱਗੇ ਗੱਲਾਂ ਹੋਰ ਵੱਧ ਜਾਣ ਤੇ ਆਪਣੇ ਰਿਸ਼ਤੇ ਖਰਾਬ ਹੋ ਜਾਣ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ। ਜੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ।